ਸ਼੍ਰੀ ਨਾਨਕ ਪਦ ਪੰਕਜ ਬੰਦਨਤ ਪੰਕਜ ਬੰਨਾ ਅੰਗਦ ਦੁਖ ਨਿਕੰਨਾ ਅਮਰਦੰਦ ਧਿਆਵੋ ਨਿਤ ਧਿਆਵੋ ਨਾਮਦਾਸ ਨਗਾਵੋ ਸ਼ਿਰ ਜਨ ਬਿਗਨ ਕੇ ਨਾਸ਼ਕ ਵਿਘਨ ਕੇ ਨਾਸ਼ਕ ਬਿੰਦ ਸ਼ਬਸ ਮਾਤਰ ਕਾਸ਼ਕ ਹਰ ਰਾਏ ਨਮੋ ਕਾਰ ਜੋਰੀ ਨਮੋ ਕਾਰ ਜੋਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਏਕ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਅਗਲੇ ਦਿਨ ਸ਼੍ਰੀ ਸਤਿਗੁਰੂ ਬੈਠੇ ਸੰਗਤ ਬੀਚ। ਕਰਤ ਕਿਰਤਾਰਤ ਸੇਵਕਨ ਦਰਸਤ ਊਚ ਅਰ ਨੀਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਸ਼ਲ ਦੀਨਾ ਬੰਧੂ ਸਮੁੱਚੀ ਮਾਨਵਤਾ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਸਭਾਏ ਮਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਤਿਨਾਂ ਦੀ ਪਾਕ ਪਵਿੱਤਰ ਛਤਰ ਛਾਇਆ ਹੇਠ ਸੁਭਾਏਮਾਨ ਅਤੇ ਸੁਭਾਏਮਾਨ ਹੋ ਰਹੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹੋਏ ਇੱਕ ਵਾਰ ਫੇਰ ਕਹਿਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਤੇ ਸਤਿਗੁਰਾਂ ਜੀ ਦੀ ਬੜੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਜਿਸ ਬਖਸ਼ਿਸ਼ ਦੇ ਸਦਕਾ ਆਪ ਸਰਬੱਤ ਸੰਗਤ ਆਪੋ ਆਪਣੇ ਦੁਨਿਆਵੀ ਕਾਰੋਬਾਰਾਂ ਤੋਂ ਸੰਕੋਚ ਕਰਦਿਆਂ ਹੋਇਆਂ ਨੌਵੇਂ ਗੁਰੂਦੇਵ ਤੇਗ ਬਹਾਦਰ ਸਿਮਰਿਐ ਘਰ ਨਾ ਨਿਦਾਵੈ ਧਾਏ ਸਭ ਥਾਈਂ ਹੋਏ ਸਹਾਏ। ਪਾਤਸ਼ਾਹ ਜੀ ਦੇ ਚਰਨ ਛੋਹ ਪਾਪਰਤ ਅਸਥਾਨ
ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ 9ਵੀਂ ਪਟਿਆਲੇ ਵਿਖੇ ਪਹੁੰਚ ਕਰਕੇ ਸਤਿਗੁਰਾਂ ਜੀ ਦੇ ਪਵਿੱਤਰ ਦਰਸ਼ਨ ਦੀਦਾਰ ਕਰਦਿਆਂ ਹੋਇਆਂ, ਤਨ ਮਨ ਧਨ ਦੇ ਨਾਲ ਸੇਵਾਵਾਂ ਕਰਦਿਆਂ ਹੋਇਆਂ ਆਪਣੇ ਅਮੋਲਕ ਜੀਵਨ ਨੂੰ ਸਫਲ ਬਣਾ ਰਹੇ ਹੋ। ਸਤਿਗੁਰਾਂ ਜੀ ਦੀ ਬੜੀ ਮਹਾਨ ਕਿਰਪਾ ਰਹਿਮਤ ਹੋਈ। ਦਿਨ ਦੇ ਚੌਥੇ ਪਹਿਰ ਦਾ ਦੀਵਾਨ ਸਤਿਗੁਰਾਂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਜਣਾ ਕੀਤਾ। ਸੱਜੇ ਹੋਏ ਦੀਵਾਨ ਦੇ ਅੰਦਰ ਸਭ ਤੋਂ ਪਹਿਲਾਂ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਦੇ ਜਥੇ ਪਾਸੋਂ ਤੁਰਕੀ ਬਾਣੀ ਦੇ ਰਸਭਿੰਨੜੇ ਸ਼ਬਦਾਂ ਦਾ ਕੀਰਤਨ ਆਪ ਸਰਬੱਤ ਸੰਗਤ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਬੈਠ ਕਰਕੇ ਸਰਵਣ ਕੀਤਾ। ਬਾਣੀ ਦੇ ਮਹਾਵਾਕ ਹਨ, ਵਿਆਹੋ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ। ਅੱਜ ਦਾ ਦਿਨ ਸਿੱਖ ਜਗਤ ਦੇ ਅੰਦਰ ਬਹੁਤ ਮਹੱਤਵਪੂਰਨ ਹੈ, ਕਿਉਂਕਿ ਅੱਜ ਦੇ ਦਿਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਸਮੁੱਚਾ ਸਿੱਖ ਜਗਤ ਇਕੱਤਰਤ ਹੋ ਕਰਕੇ ਸ੍ਰੀ ਸੁਲਤਾਨਪੁਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਿਹਾ ਹੈ। ਸੋ ਅੱਜ ਦੇ ਦਿਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਜੋ 1487 ਈਸਵੀ ਵਾਲੇ ਦਿਨ ਬਟਾਲੇ ਨਗਰ ਦੇ ਨਿਵਾਸੀ ਬਾਬਾ ਮੂਲ ਚੰਦ ਜੀ ਪਟਵਾਰੀ ਤਿੰਨਾਂ ਦੀ ਸਪੁੱਤਰੀ ਧੰਨ ਧੰਨ ਮਾਤਾ ਸੁਲੱਖਣੀ ਜੀ ਦੇ ਨਾਲ ਹੋਣਾ ਕੀਤਾ। ਸੋ ਆਪ ਸਰਬੱਤ ਸੰਗਤ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਲੱਖ 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 ਵਧਾਈਆਂ ਹੋਵਨ। ਸਤਿ ਸ੍ਰੀ ਅਕਾਲ। ਸੋ ਹੁਣ ਗੁਰੂ ਪਿਆਰੀ ਸੰਗਤ ਜੀ, ਇਸ ਪਵਿੱਤਰ ਅਸਥਾਨ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੋ ਚੁੱਕਾ ਹੈ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰਤਾ ਦਾ ਗੁਰ ਅਮਰਦਾਸ ਕੀ ਅਕਥ ਕਥਾ ਹੈ। ਇੱਕ ਜੀਹ ਕਛ ਕਹੀ ਨਾ ਜਾਈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਪਵਿੱਤਰ ਕੌਤਕਾਂ ਦੀ ਕਥਾ ਵਿਚਾਰਤਾ ਚੱਲ ਰਹੀ ਹੈ। ਪਿਛਲੇ ਪ੍ਰਸੰਗਾਂ ਵਿੱਚ ਆਪ ਸਰਬੱਤ ਸੰਗਤ ਨੇ ਸਰਵਣ ਕੀਤਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਤਾਈ ਤਿਨਾਂ ਦੀ ਅਣਥੱਕ ਸੇਵਾ ਨੂੰ ਵੇਖ ਕਰਕੇ, ਸ਼ਰਧਾ ਭਾਵਨਾ ਭਰੋਸੇ ਨੂੰ ਵੇਖ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੀ ਮਹਾਨ ਕਿਰਪਾ ਕੀਤੀ। ਨਿਓਟਿਆਂ ਦੀ ਓਟ, ਨਿਰਾਸਰਿਆਂ ਦੇ ਆਸਰੇ, ਨਿਤਾਣਿਆਂ ਦੇ ਤਾਣ, ਬੇਅੰਤ ਬਖਸ਼ਿਸ਼ਾਂ ਦੇ ਕਰਕੇ ਨਵਾਜਣਾ ਕੀਤਾ ਅਤੇ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਤਾਂ ਹੀ ਆਗਿਆ ਕਰਨਾ ਕੀਤੀ ਕਿ ਹੁਣ ਤੁਸੀਂ ਆਪਣੇ ਰਹਿਣ ਵਾਸਤੇ ਜੋ ਨਵੀਂ ਨਗਰੀ ਹੈ ਉਸ ਨੂੰ ਵਸਾਉਣਾ ਕਰੋ। ਸੋ ਇੱਥੋਂ ਤੱਕ ਆਪ ਸਰਬੱਤ ਸੰਗਤ ਨੇ ਕਥਾ ਵਿਚਾਰਤਾ ਸਰਵਣ ਕੀਤੀ ਸੀ। ਅੱਗੇ ਜਿਸ ਪ੍ਰਕਾਰ ਵੀ ਆਨੰਦਾਂ ਦੇ ਤਾਈਂ ਦੇਣ ਵਾਲੀ ਮਹਾਨ ਕਥਾ ਵਿਚਾਰਤਾ ਆਵੇਗੀ, ਆਪ ਸਰਬੱਤ ਸੰਗਤ ਨੇ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿੱਤ ਕਰਦਿਆਂ ਹੋਇਆਂ ਸਰਵਣ ਕਰਨਾ ਜੀ। ਦੋਹਰਾ। ਅਗਲੇ ਦਿਨ ਸ਼੍ਰੀ ਸਤਿਗੁਰੂ ਬੈਠੇ ਸੰਗਤ ਬੀਚ। ਸੋ ਕਵੀ ਰਾਜ ਜੀ ਜ਼ਿਕਰ ਕਰ ਰਹੇ ਹਨ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸ੍ਰੀ ਖਡੂਰ ਸਾਹਿਬ ਵਿਖੇ ਸਮੁੱਚੀ ਸਿੱਖ ਸੰਗਤ ਦੇ ਤਾਈਂ ਦਰਸ਼ਨ ਦੀਦਾਰ ਦੇ ਕਰਕੇ ਨਿਹਾਲ ਕਰ ਰਹੇ ਹਨ। ਸੰਗਤਾਂ ਦੇ ਵਿੱਚ ਪਾਤਸ਼ਾਹ ਜੀ ਸੁਭਾਏਮਾਨ ਹਨ। ਕਰਤ ਕਿਰਤਾਰਥ ਸੇਵਕਨ ਦਰਸਤ ਊਚ ਅਰ ਨੀਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੁੱਚੀ ਸਿੱਖ ਸੰਗਤ ਦੇ ਤਾਈਂ, ਅਮੀਰ ਗਰੀਬ ਊਚ ਨੀਚ ਦੇ ਤਾਈਂ ਆਪਣੇ ਪਵਿੱਤਰ ਦਰਸ਼ਨ ਦੀਦਾਰੇ ਬਖਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਹਨ। ਜੋ ਪਈ ਇੱਕ ਗੋਂਦਾ ਖੱਤਰੀ ਤੇ ਆਇਓ। ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਸ਼ਰਨ ਦੇ ਵਿੱਚ
ਇੱਕ ਗੋਂਦੇ ਨਾਮ ਦਾ ਖੱਤਰੀ ਆਉਂਦਾ ਹੈ। ਦਰਸ਼ਨ ਦੇਖਤ ਸੀਸ ਨਿਵਾਇਓ। ਪਾਤਸ਼ਾਹ ਜੀ ਦੇ ਪਵਿੱਤਰ ਦਰਸ਼ਨ ਦੀਦਾਰ ਕਰਕੇ ਸਤਿਗੁਰਾਂ ਜੀ ਦੇ ਅੱਗੇ ਸੀਸ ਨਵਾ ਕਰਕੇ ਡੰਡੌਤ ਬੰਦਨਾ ਕਰਦਾ ਹੈ। ਹਾਥ ਜੋੜ ਕਰ ਬਿਨੇ ਬਖਾਨੀ। ਅਤੇ ਦੋਵੇਂ ਹੱਥ ਜੋੜ ਕਰਕੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ। ਸ਼੍ਰੀ ਗੁਰ ਤੁਮਰੀ ਸਿਫਤ ਮਹਾਨੀ। ਬੇਨਤੀ ਕਰਦਾ ਹੋਇਆ ਕਹਿੰਦਾ ਹੈ, ਪਾਤਸ਼ਾਹ ਸੱਚੇ ਪਾਤਸ਼ਾਹ ਜੀਓ, ਆਪ ਜੀ ਦੀ ਪਾਵਨ ਪਵਿੱਤਰ ਜੋ ਵਡਿਆਈ ਹੈ। ਸੁਨ ਤਰਿਓ ਬੋ ਲੋਕ ਪਨੰਤੇ। ਆਪ ਜੀ ਦੀ ਵਡਿਆਈ, ਆਪ ਜੀ ਦਾ ਜਸ, ਆਪ ਜੀ ਦੀ ਸ਼ੋਭਾ ਦਸਾਂ ਦਿਸ਼ਾਵਾਂ ਦੇ ਵਿੱਚ ਹੋ ਰਹੀ ਹੈ ਅਤੇ ਆਪ ਜੀ ਦੀ ਵਡਿਆਈ ਨੂੰ ਸੁਣ ਕਰਕੇ ਮੈਂ ਆਪ ਜੀਆਂ ਦੀ ਸ਼ਰਨ ਵਿੱਚ ਆਉਣਾ ਕੀਤਾ ਹੈ। ਕਰੇ ਸਰਾਹਨ ਜੇ ਮਤਵੰਤੇ। ਜਿਤਨੇ ਵੀ ਇਸ ਦੁਨੀਆ ਤੇ ਇਸ ਸਮਾਜ ਵਿੱਚ ਸਿਆਣੇ ਬੁੱਧੀਜੀਵੀ ਲੋਕ ਹਨ, ਉਹ ਸਾਰੇ ਹੀ ਆਪ ਜੀ ਦੀ ਸ਼ਲਾਘਾ ਕਰਦੇ ਹਨ। ਗੁਪਤ ਪ੍ਰਗਟ ਜਗ ਜੀਵ ਵਿਸਾਲੇ। ਜਿਤਨੇ ਵੀ ਇਸ ਮਾਤ ਲੋਕ ਦੇ ਉੱਪਰ ਗੁਪਤ ਅਤੇ ਪ੍ਰਗਟ ਜੀਵ ਹਨ, ਰੂਹਾਂ ਹਨ, ਸਭ ਸਤਿਗੁਰ ਕੀ ਆਇਸ ਚਾਲੇ। ਸਾਰੀਆਂ ਸੰਗਤਾਂ ਕਹਿੰਦੀਆਂ ਹਨ ਕਿ ਸਾਰੀਆਂ ਜਿਹੜੀਆਂ ਗੁਪਤ ਅਤੇ ਪ੍ਰਗਟ ਰੂਹਾਂ ਹਨ, ਕਰੈ ਕਰਾਵੇ ਆਪੇ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ। ਸਾਰੇ ਪਾਤਸ਼ਾਹ ਜੀ ਇਸ ਮਾਤ ਲੋਕ ਦੇ ਜੀਵ, ਸਾਰੇ ਬ੍ਰਹਿਮੰਡ ਦੇ ਜੀਵ ਆਪ ਜੀ ਦੀ ਆਗਿਆ ਵਿੱਚ ਹੀ ਚੱਲਣਾ ਕਰਦੇ ਹਨ। ਮੇਰੋ ਗ੍ਰਾਮ ਉਜਾਰ ਭਰਿਓ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੇਰੀ ਬੇਨਤੀ ਹੈ ਕਿ ਜੋ ਮੇਰਾ ਨਗਰ ਉਹ ਸਾਰੇ ਦਾ ਸਾਰਾ ਉਜਾੜ ਪਿਆ ਹੋਇਆ ਹੈ। ਸਰਬ ਭੂਤ ਨੇ ਬਾਸ ਕਰਿਓ ਹੈ। ਅਤੇ ਸਾਰੇ ਭੂਤਾਂ ਨੇ ਮੇਰੇ ਨਗਰ ਦੇ ਵਿੱਚ ਆ ਕਰਕੇ ਵਾਸਾ ਕਰ ਲੈਣਾ ਕੀਤਾ ਹੈ। ਦੇਵ ਜਿਨ ਬੋ ਪ੍ਰੇਤਨ ਜਾਤੀ। ਜਿੰਨੇ ਵੀ ਦੈਂਤ ਹਨ, ਜਿੰਨੇ ਵੀ ਦੇਵ ਹਨ, ਜਿੰਨੇ ਵੀ ਜਿੰਨ ਹਨ, ਹੋਰ ਵੀ ਜਿੰਨੀਆਂ ਭੂਤਾਂ ਪ੍ਰੇਤਾਂ ਦੀਆਂ ਕਿਸਮਾਂ ਹਨ, ਕਹਾਂ ਕੀਨ ਬਾਸੋ ਉਤਪਾਤੀ। ਅਤੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਪਾਤਸ਼ਾਹ ਜੀ, ਜਿੰਨੀਆਂ ਵੀ ਜਾਤਾਂ ਕਿਸਮਾਂ ਦੇ ਭੂਤ ਹਨ, ਤਿੰਨਾਂ ਨੇ ਮੇਰੇ ਨਗਰ ਦੇ ਵਿੱਚ ਆ ਕਰਕੇ ਵਾਸਾ ਕਰ ਲੈਣਾ ਕੀਤਾ ਹੈ। ਕੀਤੇ ਲੱਖ ਪ੍ਰੇਤ ਕੋ ਡੇਰੇ। ਪਾਤਸ਼ਾਹ ਜੀ, ਮੇਰੇ ਉਜੜੇ ਹੋਏ ਪਿੰਡ ਦੇ ਵਿੱਚ ਮੇਰੇ ਪਿੰਡ ਨੂੰ ਉਜਾੜਨ ਵਾਲੇ, ਮੇਰੀ ਥਾਂ ਨੂੰ ਉਜਾੜਨ ਵਾਲੇ ਭੂਤਾਂ ਨੇ ਲੱਖਾਂ ਦੀ ਗਿਣਤੀ ਵਿੱਚ ਆ ਕਰਕੇ ਆਪਣਾ ਡੇਰਾ ਕਰ ਲੈਣਾ ਕੀਤਾ ਹੈ। ਫਿਰੇ ਜਹਾਂ ਕੇ ਦੇਸ਼ ਕਨੇਰੇ। ਜਿਹੜੇ ਭੂਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੱਗੇ ਫਿਰਦੇ ਹਨ, ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਿਚਰਦੇ ਰਹਿੰਦੇ ਹਨ, ਕਰੇ ਸਥਿਤੀ ਗ੍ਰਾਮ ਮਮ ਆਏ। ਸਾਰਿਆਂ ਨੇ ਆ ਕਰਕੇ ਆਪੋ ਆਪਣੀਆਂ ਥਾਵਾਂ ਨੂੰ ਛੱਡ ਕਰਕੇ ਮੇਰੇ ਨਗਰ ਦੇ ਵਿੱਚ ਆ ਕਰਕੇ ਪੱਕੀ ਜੋ ਰਹਿائش ਹੈ ਕਰ ਲੈਣਾ ਕੀਤੀ ਹੈ। ਨਰਕੋ ਤੇ ਬਸਨ ਨ ਪਾਏ। ਅਤੇ ਇਸ ਕਰਕੇ ਭੂਤਾਂ ਪ੍ਰੇਤਾਂ ਦੇ ਆਉਣ ਕਰਕੇ ਕੋਈ ਵੀ ਪ੍ਰਾਣੀ, ਕੋਈ ਵੀ ਮਨੁੱਖ ਉਸ ਮੇਰੇ ਪਿੰਡ ਦੇ ਵਿੱਚ ਕੋਈ ਵਸ ਨਹੀਂ ਰਿਹਾ ਹੈ। ਉਸ ਨੂੰ ਉਜਾੜ ਕੇ, ਉਸ ਨੂੰ ਡਰਾ ਕੇ ਭਜਾ ਦਿੰਦੇ ਹਨ। ਦੋਹਰਾ ਕਰਤੇ ਕੰਦ ਉਸਾਰ ਕੈ ਦਿਨ ਮੈਂ ਮਾਨਵ ਬ੍ਰਿੰਦ। ਪਾਤਸ਼ਾਹ ਜੀ, ਨਗਰ ਦੇ ਵਿੱਚ ਐਸੀ ਹਾਲਤ ਹੈ, ਦਿਨ ਦੇ ਵੇਲੇ ਬਹੁਤ ਸਾਰੇ ਕਾਰੀਗਰ, ਮਜ਼ਦੂਰ, ਸਿੱਖ ਲਾ ਕਰਕੇ ਨਵੇਂ ਮਕਾਨਾਂ ਨੂੰ ਬਣਾਉਣ ਵਾਸਤੇ ਉਸਾਰੀ ਕਰਦੇ ਹਨ, ਕੰਧਾਂ ਦੀ ਉਸਾਰੀ ਕਰਦੇ ਹਨ, ਕੰਧਾਂ ਨੂੰ ਚਿਣਦੇ ਹਨ। ਨਿਸਾ ਪਰੇ ਢਾਹਤ ਸਕਲ ਭੀਮ ਕੁਰੂਪ ਬਿਲੰਦ। ਜਦੋਂ ਰਾਤ ਪੈ ਜਾਂਦੀ ਹੈ, ਭਿਆਨਕ ਕਰੂਪ ਸਰੂਪ ਵਾਲੇ ਜਿਹੜੇ ਭੂਤ ਹਨ, ਨਵੇਂ ਮਕਾਨਾਂ ਦੀਆਂ ਉਸਾਰੀਆਂ ਹੋਈਆਂ ਕੰਧਾਂ ਨੂੰ ਢਾ ਦਿੰਦੇ ਹਨ। ਚੋਪਈ ਕਈ ਬਾਰ ਮੈਂ ਆਨ ਬਸਾਏ। ਅੱਛਾ ਜੀ, ਮੈਂ ਕਈ ਵਾਰ ਇਹ ਬੜੇ ਉਪਰਾਲੇ ਕੀਤੇ, ਵਾਰ-ਵਾਰ ਨਗਰ ਨੂੰ ਵਸਾਉਣਾ,
ਵਾਰ-ਵਾਰ ਨਵੇਂ ਮਕਾਨਾਂ ਦੀ ਉਸਾਰੀ ਮੈਂ ਕਰਵਾਉਣਾ ਕਰਦਾ ਹਾਂ। ਤਰਾਸ ਦੇਤ ਮਾਰਤ ਉਜਰਾਏ, ਇਹ ਜਿਹੜੇ ਭੂਤ ਪ੍ਰੇਤ ਦੈਤ ਹਨ, ਮਨੁੱਖਾਂ ਦੇ ਤਾਈਂ ਡਰ ਦੇ ਕਰਕੇ ਉਹਨਾਂ ਨੂੰ ਮਾਰ ਕਰਕੇ ਉਹਨਾਂ ਨੂੰ ਉਜਾੜ ਕਰਕੇ ਭਜਾ ਦਿੰਦੇ ਹਨ। ਕਹਾਂ ਆਪਨੇ ਚਰਨ ਫਿਰਾਵੋ, ਅੱਛਾ ਜੀ, ਕਿਰਪਾ ਕਰੋ ਮੇਰੇ ਨਗਰ ਦੇ ਵਿੱਚ ਆਪਣੇ ਜੋ ਪਵਿੱਤਰ ਚਰਨ ਹਨ ਪਾਉਣਾ ਕਰੋ। ਕਿਰਪਾ ਕਰੋ 100 ਗ੍ਰਾਮ ਬਸਾਵੋ, ਕਿਰਪਾ ਕਰਨੀ ਕਰੋ ਪਾਤਸ਼ਾਹ ਜੀ, ਮੇਰੇ ਉਜੜੇ ਹੋਏ ਪਿੰਡ ਨੂੰ ਆਪਣੇ ਪਵਿੱਤਰ ਚਰਨ ਪਾ ਕਰਕੇ ਮੇਰੇ ਨਗਰ ਨੂੰ ਵਸਾਉਣਾ ਕਰੋ। ਆਪ ਲਿਓ ਚਿਤ ਬਾਂਚਿਤ ਜੇਤੀ, ਇਸ ਦੇ ਬਦਲੇ ਪਾਤਸ਼ਾਹ ਜੀ ਆਪ ਉਸ ਨਗਰ ਦੇ ਵਿੱਚ ਜਿਤਨੀ ਵੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਥਾਂ ਲੈਣੀ ਕਰਿਓ। ਕੋ ਨ ਮੁਜਾਹਮ ਹੋਵਨ ਤੇਤੀ, ਅਤੇ ਕੋਈ ਵੀ ਆਪ ਜੀਆਂ ਦੇ ਤਾਂ ਹੀ ਉਸ ਸਮੇਂ ਰੋਕੇਗਾ ਨਹੀਂ, ਬਸ ਇੱਕ ਵਾਰ ਮੇਰੇ ਉਜੜੇ ਹੋਏ ਪਿੰਡ ਨੂੰ ਵਸਾ ਦੇਣਾ ਕਰੋ। ਏ ਮਮ ਜਾਚਾ ਪੁਰੋ ਕਿਰਪਾਲਾ, ਇਹ ਪਾਤਸ਼ਾਹ ਜੀ ਮੇਰੀ ਮੰਗ ਹੈ, ਕਿਰਪਾ ਕਰਕੇ ਪੂਰੀ ਕਰਨਾ ਕਰੋ। ਕਰੋ ਬਸਾਵਨ ਗ੍ਰਾਮ ਵਿਸਾਲਾ, ਕਰੋ ਪਾਤਸ਼ਾਹ ਜੀ ਉਜੜੀ ਹੋਈ ਥਾਂ ਦੇ ਉੱਪਰ ਆ ਕਰਕੇ ਚਰਨ ਪਾ ਕਰਕੇ ਵੱਡੇ ਨਗਰ ਨੂੰ ਵਸਾਉਣਾ ਕਰੋ। ਸ਼੍ਰੀ ਅੰਗਦ ਸੁਨ ਬਿਨਤੀ ਐਸੇ, ਉਸ ਸਮੇਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਗੋਂਦੇ ਦੀ ਬੇਨਤੀ ਸੁਣ ਕਰਕੇ ਹਿਰਦੇ ਵਿੱਚ ਵਿਚਾਰ ਕਰਨਾ ਕੀਤੀ। ਬੂਝਿਓ ਭਇਓ ਬਿਰਤਾਂਤ ਸੋ ਕੈਸੇ, ਇਹ ਗੋਂਦੇ ਦੇ ਤਾਈਂ ਫਿਰ ਪਾਤਸ਼ਾਹ ਜੀ ਪੁੱਛਣਾ ਚਾਹੁੰਦੇ ਹਨ, ਵਿਚਾਰ ਕਰਦੇ ਹਨ ਕਿ ਜਿਹੜੇ ਸਾਰੇ ਥਾਵਾਂ ਤੋਂ ਭੂਤ ਆ ਕਰਕੇ ਵਸ ਗਏ ਹਨ, ਕੀ ਭਾਣਾ ਵਾਪਰਿਆ, ਕੀ ਐਸਾ ਹੋਣਾ ਕੀਤਾ ਕਿ ਸਾਰੇ ਭੂਤਾਂ ਪ੍ਰੇਤਾਂ ਨੇ ਆਪੋ ਆਪਣੀ ਥਾਂ ਛੱਡ ਕਰਕੇ ਇਸ ਦੇ ਨਗਰ ਵਿੱਚ ਆ ਕਰਕੇ ਉਜਾੜਾ ਕਰ ਦੇਣਾ ਕੀਤਾ। ਕਬ ਕੋ ਡੇਰਾ ਪ੍ਰੇਤਨ ਪਾਇਓ, ਇਹ ਕਿਸ ਵਾਸਤੇ ਭੂਤਾ ਪ੍ਰੇਤਾਂ ਨੇ ਡੇਰਾ ਕਰ ਲੈਣਾ ਕੀਤਾ। ਕਿਸ ਪ੍ਰਕਾਰ ਪੁਰ ਕੋ ਉਜਰਾਇਓ, ਇਸ ਕਰਕੇ ਕਿਸ ਵਜ੍ਹਾ ਵਾਸਤੇ ਭੂਤਾਂ ਪ੍ਰੇਤਾਂ ਨੇ ਵਸਦੇ ਹੋਏ ਨਗਰ ਨੂੰ ਉਜਾੜ ਕੇ ਰੱਖ ਦੇਣਾ ਕੀਤਾ। ਬੈਠੇ ਸਕਲ ਪ੍ਰਸੰਗ ਸੁਨਾਵੋ, ਜਿਹਨੇ ਆਗਿਆ ਕਰਨਾ ਕੀਤੀ ਗਾਉਂਦੇ ਖੱਤਰੇ ਦੇ ਤਾਈਂ ਕਿ ਸਭ ਤੋਂ ਪਹਿਲਾਂ ਭੂਤਾਂ ਪ੍ਰੇਤਾਂ ਦੇ ਇੱਥੇ ਆਉਣ ਦਾ ਕੋਈ ਕਾਰਨ ਦੱਸਣਾ ਕਰ, ਕੋਈ ਵਜ੍ਹਾ ਤਾਂ ਹੋਵੇਗੀ, ਐਵੇਂ ਤਾਂ ਨਹੀਂ ਆ ਗਏ ਹੋਣਗੇ, ਕੀ ਕਾਰਨ ਜ਼ਰੂਰ ਹੋਵੇਗਾ। ਚੰਗੀ ਤਰ੍ਹਾਂ ਖੁੱਲ ਕਰਕੇ ਸਾਰੀ ਜੋ ਗੱਲ ਹੈ ਦੱਸਣਾ ਕਰ। ਮਨ ਬਾਚਿਤ ਪੁਨ ਗੁਰ ਤੇ ਪਾਵੋ, ਇਹ ਸਾਰੀ ਗੱਲ ਦੱਸ ਕਰਕੇ ਫਿਰ ਮੂੰਹ ਮੰਗੀ ਜਿਹੜੀ ਮੁਰਾਦ ਹੈ ਗੁਰੂ ਘਰ ਵਿੱਚੋਂ ਪ੍ਰਾਪਤ ਕਰਨੀ ਕਰੋ। ਸੁਨ ਸਤ ਗੁਰ ਤੇ ਗੋਂਦਾ ਬੈਸ, ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਐਸੇ ਬਚਨ ਸੁਣ ਕਰਕੇ ਜਿਹੜਾ ਗਾਉਂਦਾ ਖੱਤਰੀ ਹੈ ਕਹਿੰਦਾ ਹੈ, ਕਹਿਣ ਲੱਗਿਓ ਬਿਰਤਾਂਤ ਜੋ ਹੈਸ, ਪਾਤਸ਼ਾਹ ਜੀ ਜੋ ਵੀ ਐਸੇ ਭਾਣੇ ਵਾਪਰਨ ਦਾ ਬਿਰਤਾਂਤ ਹੈ ਜੋ ਅਸਲ ਰੂਪ ਵਿੱਚ ਹੈ ਤੁਸੀਂ ਸਰਵਣ ਕਰੋ। ਸ਼੍ਰੀ ਸਤਿਗੁਰ ਇਮ ਭਇਓ ਪ੍ਰਸੰਗ, ਉਹਦਾ ਖੱਤਰੀ ਪਾਤਸ਼ਾਹ ਜੀ ਦੀ ਚਰਨਾਂ ਵਿੱਚ ਬੈਠ ਕਰਕੇ ਸਾਰਾ ਜੋ ਪ੍ਰਸੰਗ ਹੈ ਸੁਣਾਉਣ ਲੱਗਦਾ ਹੈ। ਝਗੜਾ ਹੁਤੋ ਸ਼ਰੀਕਨ ਸੰਗ, ਪਾਤਸ਼ਾਹ ਜੀ ਮੇਰਾ ਮੇਰੇ ਸ਼ਰੀਕੇ ਭਾਈਚਾਰੇ ਦੇ ਨਾਲ ਜ਼ਮੀਨ ਨੂੰ ਲੈ ਕਰਕੇ ਕਾਫੀ ਜ਼ਿਆਦਾ ਝਗੜਾ ਸੀ। ਆਪਸ ਮੇਂ ਬੋ ਬਾਦੇ ਉਠਾਵਾ, ਤੇ ਆਪਸ ਵਿੱਚ ਦੋਹਾਂ ਧਿਰਾਂ ਦੇ ਵਿੱਚ ਬਹੁਤ ਜ਼ਿਆਦਾ ਵਾਦ ਵਿਵਾਦ ਲੜਾਈ ਝਗੜਾ ਵੱਧਦਾ ਜਾਂਦਾ ਹੈ। ਬੋ ਮਿਲ ਪੀਨੇ ਝਗਰ ਚੁਕਾਵਾ, ਬਹੁਤੀਆਂ ਪੰਚਾਇਤਾਂ ਨੇ ਮਿਲ ਕਰਕੇ ਸਿਆਣੇ ਸਰਪੰਚਾਂ ਨੇ ਪੰਚਾਂ ਨੇ ਸਾਰਿਆਂ ਨੇ ਮਿਲ ਕਰਕੇ ਸਾਡੀ ਸੁਲ੍ਹਾ ਕਰਾਉਣ ਵਾਸਤੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, ਪਰ ਜਿਹੜਾ ਸਾਡੀ ਸੁਲ੍ਹਾ ਹੈ ਨਹੀਂ ਹੋਣਾ ਕੀਤੀ। ਸਾਡਾ ਜਿਹੜਾ ਝਗੜਾ ਹੈ ਸੁਲਝਿਆ ਨਹੀਂ। ਦੋਨੋਂ ਦਿਸ਼ ਝਗਰਤ ਚੱਲ ਗਏ, ਇਹ ਦੋਹਾਂ ਤਰਫਾਂ ਦਾ ਜਿਹੜਾ ਝਗੜਾ ਹੈ ਅਸੀਂ ਦੋਵੇਂ ਧਿਰਾਂ ਝਗੜਦੀਆਂ ਹੋਈਆਂ ਜ਼ਮੀਨ ਦੇ ਝਗੜੇ ਨੂੰ ਲੈ ਕਰਕੇ ਚੱਲ ਕਰਕੇ ਦਿੱਲੀ ਜਾਏ ਪ੍ਰਵੇਸ਼ਿਤ ਪਏ, ਦਿੱਲੀ ਵਿੱਚ ਅਸੀਂ ਪ੍ਰਵੇਸ਼ ਹੋ ਗਏ, ਦਿੱਲੀ ਵਿੱਚ ਆਪਣੇ ਝਗੜੇ ਨੂੰ ਜਾ ਕਰਕੇ ਰੱਖਣਾ ਕੀਤਾ। ਕਹਾਣੀਆਂ ਕੋ ਇਮ ਠਹਿਰਾਇਓ, ਅਤੇ ਦਿੱਲੀ ਦੇ ਹਾਕਮ ਨੇ ਫਿਰ ਸਾਡੇ ਦੋਹਾਂ ਧਿਰਾਂ ਦੀ ਗੱਲ ਸੁਣ ਕਰਕੇ ਜਿਹੜਾ ਨਿਆਂ ਸੀ ਇਸ ਢੰਗ ਦੇ ਨਾਲ ਕੀਤਾ। ਧਰਮ ਕਰੋ ਨਿਜ ਪਦ ਲਿਓ ਪਾਇਓ, ਜਿਹੜਾ ਵੀ ਬੰਦਾ ਧਰਮ ਨੂੰ ਸਾਖੀ ਮੰਨ ਕਰਕੇ ਧਰਮ ਦੀ ਸਹੁੰ ਚੁੱਕੇਗਾ ਅਤੇ ਧਰਮ ਦੇ ਬਲਬੂਤੇ ਤੇ ਜਿਹੜਾ ਬੰਦਾ ਸਹੁੰ ਚੁੱਕੇਗਾ ਕਿ ਮੈਂ
ਧਰਮ ਦਾ ਵਾਸਤਾ ਦੇ ਕਰਕੇ ਕਹਿਣਾ ਹਾਂ। ਸੋ ਧਰਮ ਦੀ ਜਿਹੜਾ ਬੰਦਾ ਸਹੁੰ ਚੁੱਕੇਗਾ ਉਹ ਫਿਰ ਆਪਣੀ ਜ਼ਮੀਨ ਨੂੰ ਲੈ ਲੈਣਾ ਕਰੇਗਾ। ਤਬ ਮੈਂ ਸੁਨ ਕਰ ਹੋਇਓ ਤਿਆਰ। ਉਸ ਸਮੇਂ ਹਾਕਮ ਦਾ ਇਹ ਫੈਸਲਾ ਸੁਣ ਕਰਕੇ ਮੈਂ ਛੇਤੀ ਹੀ ਸਹੁੰ ਚੱਕਣ ਵਾਸਤੇ, ਝੂਠੀ ਸਹੁੰ ਚੱਕਣ ਵਾਸਤੇ ਤਿਆਰ ਹੋ ਜਾਂਦਾ ਹਾਂ। ਪੂਰਾ ਧਰਮ ਕੀਨ ਤਿਸ ਬਾਰ। ਉਸ ਸਮੇਂ ਮੈਂ ਜ਼ਮੀਨ ਦੇ ਲਾਲਚ ਨੂੰ ਲੈ ਕਰਕੇ ਫਿਰ ਹਾਕਮ ਦੀ ਕਚਹਿਰੀ ਵਿੱਚ ਧਰਮ ਦੀ ਜਿਹੜੀ ਝੂਠੀ ਸਹੁੰ ਸੀ ਚੱਕ ਲੈਣਾ ਕੀਤੀ। ਜੀਤ ਲੀਨ ਮੈਂ ਝਗੜਾ ਸਾਰੋ। ਉਸ ਸਮੇਂ ਸਭਾ ਦੇ ਵਿੱਚ ਮੈਂ ਧਰਮ ਦੀ ਝੂਠੀ ਸਹੁੰ ਕਰਕੇ ਸਮਾਜ ਵਿੱਚ ਭਾਵੇਂ ਮੈਂ ਉਸ ਸਮੇਂ ਸੱਚਾ ਬਣ ਗਿਆ ਸਾਂ, ਪਰ ਝੂਠੀ ਸਹੁੰ ਚੱਕਣ ਕਰਕੇ ਫਿਰ ਵੀ ਧਰਮ ਦੇ ਵਾਸਤੇ ਕਰਕੇ ਹਾਕਮ ਨੇ ਮੈਨੂੰ ਮੰਨ ਲੈਣਾ ਕੀਤਾ ਅਤੇ ਮੇਰੀ ਬੇਨਤੀ ਪ੍ਰਵਾਨ ਕਰ ਲੈਣਾ ਕੀਤੀ ਤੇ ਫੈਸਲਾ ਮੇਰੇ ਪੱਖ ਵਿੱਚ ਦੇ ਦੇਣਾ ਕੀਤਾ। ਅਤੇ ਇਸ ਪ੍ਰਕਾਰ ਦੇ ਨਾਲ ਸਾਰੀ ਜਿਹੜੀ ਜ਼ਮੀਨ ਦਾ ਝਗੜਾ ਸੀ ਮੇਰੇ ਹੱਕ ਵਿੱਚ ਆ ਜਾਣਾ ਕੀਤਾ, ਜ਼ਮੀਨ ਮੇਰੀ ਹੋ ਜਾਣਾ ਕੀਤੀ। ਅਵਨੀ ਲੀਨ ਹਰਥ ਕਰ ਪਾਰੋ। ਅਤੇ ਬਹੁਤ ਖੁਸ਼ ਹੋ ਕਰਕੇ ਮੈਂ ਜ਼ਮੀਨ ਨੂੰ ਜਿੱਤ ਲੈਣਾ ਕੀਤਾ। ਜਬ ਮੈਂ ਆਏ ਬਸਾਵਨ ਕੀਨਾ। ਦਿੱਲੀ ਤੋਂ ਵਾਪਸ ਆ ਕਰਕੇ ਇਸ ਜਗ੍ਹਾ ਉੱਪਰ ਆ ਕਰਕੇ ਇਸ ਜ਼ਮੀਨ ਦੇ ਉੱਪਰ ਘਰ ਪਾਉਣ ਵਾਸਤੇ, ਘਰਾਂ ਦੀ ਉਸਾਰੀ ਕਰਨ ਵਾਸਤੇ ਬਹੁਤ ਜ਼ਿਆਦਾ ਉਪਰਾਲੇ ਕੀਤੇ। ਭਇਓ ਅਧਰਮ ਪ੍ਰੇਤ ਸਭ ਚੀਨਾ। ਭੂਤਾਂ ਪ੍ਰੇਤਾਂ ਨੇ ਮੈਨੂੰ ਅਧਰਮੀ ਜਾਣ ਕਰਕੇ, ਅਧਰਮ ਹੋਣ ਕਰਕੇ, ਪਾਪ ਹੋਣ ਕਰਕੇ ਚਲ ਆਏ ਲਖ ਪਾਪ ਮਹਾਨਾ। ਬਹੁਤ ਵੱਡਾ ਕੀਤਾ ਹੋਇਆ ਪਾਪ ਜਾਣ ਕਰਕੇ ਸਾਰੇ ਜਿਹੜੇ ਭੂਤ ਪ੍ਰੇਤ ਆ ਗਏ। ਦੇਸ਼ ਦੇਸ਼ ਤੇ ਭੇ ਇੱਕ ਥਾਨਾ। ਸਾਰੇ ਦੇਸ਼ਾਂ ਦੇਸ਼ਾਂ ਤੋਂ ਚੱਲ ਕਰਕੇ ਭੂਤ ਇੱਕ ਥਾਂ ਤੇ ਇੱਥੇ ਆ ਕਰਕੇ ਵਸ ਗਏ। ਸਨੇ ਸਨੇ ਨਰ ਦਿਓ ਉਜਾਰੋ। ਅਤੇ ਸਹਿਜੇ ਸਹਿਜੇ ਹੌਲੀ ਹੌਲੀ ਫਿਰ ਮੇਰੇ ਇਸ ਪਿੰਡ ਦੇ ਤਾਈਂ ਸਾਰੀ ਤਰ੍ਹਾਂ ਪੂਰੀ ਤਰ੍ਹਾਂ ਇਹਨਾਂ ਨੇ ਉਜਾੜ ਕੇ ਰੱਖ ਦੇਣਾ ਕੀਤਾ। ਆਪ ਆਏ ਕਰ ਬਸੋਂ ਹਜ਼ਾਰਾਂ। ਆਪ ਆ ਕਰਕੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਆ ਕਰਕੇ ਇਹਨਾਂ ਨੇ ਵਾਸਾ ਕਰ ਲੈਣਾ ਕੀਤਾ। ਇਸੀ ਰੀਤ ਡੇਰਾ ਪਰ ਗਇਓ। ਇਸ ਰੀਤੀ ਦੇ ਨਾਲ ਪਾਤਸ਼ਾਹ ਜੀ ਮੇਰੇ ਇਸ ਪਿੰਡ ਦੇ ਵਿੱਚ ਭੂਤਾਂ ਦਾ ਜਿਹੜਾ ਪੱਕਾ ਡੇਰਾ ਹੈ ਹੋ ਜਾਣਾ ਕੀਤਾ। ਲਾਖੋਂ ਪ੍ਰੇਤ ਬਾਸ ਕੋ ਕਇਓ। ਭੂਤਾਂ ਪ੍ਰੇਤਾਂ ਨੇ ਮੇਰੇ ਇਸ ਨਗਰ ਦੇ ਵਿੱਚ ਵਾਸਾ ਕਰ ਲੈਣਾ ਕੀਤਾ, ਪੱਕੇ ਤੌਰ ਤੇ ਵਸ ਜਾਣਾ ਕੀਤਾ। ਤਿਨ ਡਰ ਤੇ ਅਬ ਲੋਕ ਨ ਜਾਏ। ਅਤੇ ਹੁਣ ਭੂਤਾਂ ਪ੍ਰੇਤਾਂ ਦੀ ਰਹਿਸ਼ ਜਾਣ ਕਰਕੇ ਭੂਤਾਂ ਦਾ ਡੇਰਾ, ਮੇਰਾ ਪਿੰਡ, ਮੇਰਾ ਨਗਰ ਵਸ ਜਾਣਾ ਕੀਤਾ। ਅਤੇ ਭੂਤਾਂ ਪ੍ਰੇਤਾਂ ਦੇ ਡਰ ਕਰਕੇ ਇਹ ਜਿਹੜੇ ਲੋਕ ਹਨ ਮੇਰੇ ਪਿੰਡ ਵਿੱਚ ਰਹਿਣ ਤੋਂ ਕੰਨੀ ਕਤਰਾਉਣ ਲੱਗੇ। ਮੇਰੇ ਨਵੇਂ ਨਗਰ ਦੇ ਵਿੱਚ ਆਪਣੇ ਘਰ ਲੈਣ ਤੋਂ ਇਹ ਲੋਕ ਦੂਰ ਹੋਣ ਲੱਗੇ। ਮਹਾ ਪਾਪ ਕਰ ਸੋ ਫਲ ਪਾਏ। ਤੋ ਪਾਤਸ਼ਾਹ ਜੀ ਐਸਾ ਜਿਹੜਾ ਮੈਂ ਭਾਰੀ ਪਾਪ ਜ਼ਮੀਨ ਨੂੰ ਲੈਣ ਵਾਸਤੇ ਬਹੁਤ ਜ਼ਿਆਦਾ ਭਾਰੀ ਪਾਪ ਕਰਨਾ ਕੀਤਾ, ਜਿਸ ਦਾ ਜਿਹੜਾ ਮੈਨੂੰ ਫਲ ਇਸ ਰੂਪ ਦੇ ਵਿੱਚ ਪ੍ਰਾਪਤ ਹੋਣਾ ਕੀਤਾ। ਨਹੀਂ ਜਤਨ ਕੋ ਬਿਨਾ ਤੁਮਾਰੇ। ਪਾਤਸ਼ਾਹ ਜੀ ਆਪ ਜੀਆਂ ਦੇ ਯਤਨ ਤੋਂ ਬਿਨਾ, ਆਪ ਜੀਆਂ ਦੇ ਕੀਤੇ ਹੋਏ ਹੱਲ ਤੋਂ ਬਿਨਾ ਪਾਵਨ ਥਾਨ ਬਨੇ ਪਗ ਤਾਰੇ। ਇਹ ਜੋ ਸਥਾਨ ਹੈ, ਇਹ ਜੋ ਨਗਰੀ ਹੈ ਪਵਿੱਤਰ ਨਹੀਂ ਹੋਣਾ ਕਰੇਗੀ ਜਿਤਨੀ ਦੇਰ ਤੱਕ ਤੁਸੀਂ ਆਪਣੇ ਪਵਿੱਤਰ ਚਰਨ ਨਹੀਂ ਪਾਉਂਦੇ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੇ ਪਾਤਸ਼ਾਹ ਜੀ ਜਿਤਨੀ ਦੇਰ ਤੱਕ ਤੁਸੀਂ ਮੇਰਾ ਕਾਰਜ ਨਹੀਂ ਸਵਾਰਦੇ ਉਤਨੀ ਦੇਰ ਤੱਕ ਉੱਥੇ ਨਗਰ ਵਸਣਾ ਬਹੁਤ ਮੁਸ਼ਕਲ ਹੈ। ਸ਼੍ਰੀ ਅੰਗਦ ਤਬ ਹਿਰਦੇ ਵਿਚਾਰੀ। ਉਸ ਸਮੇਂ ਗਾਉਂਦੇ ਖੱਤਰੀ ਦੀ ਐਸੀ ਬੇਨਤੀ ਨੂੰ ਸੁਣ ਕਰਕੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਹਿਰਦੇ ਵਿੱਚ ਵਿਚਾਰਦੇ ਹਨ। ਅਮਰੇ ਪੁੱਤਰ ਗਰਭ ਉਰ ਪਾਰੀ। ਜੋ ਸਾਡੇ ਪੁੱਤਰ ਹਨ ਬਾਬਾ ਦਾਸੂ ਜੀ ਅਤੇ ਬਾਬਾ ਦਾਤੂ ਜੀ, ਉਹਨਾਂ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਹੈ। ਕਯੋ ਬਾਤ ਸੋ ਮਾਨੇ ਨਾਈ। ਅਸੀਂ ਬਚਨ ਕਰਾਂਗੇ ਪਰ ਉਹਨਾਂ ਨੇ ਸਾਡੇ ਬਚਨਾਂ ਨੂੰ ਮੰਨਣਾ ਨਹੀਂ, ਆਗਿਆ ਨੂੰ ਮੋੜ ਦੇਣਾ ਹੈ। ਚਾਹਤ ਗੁਰਤਾ ਹੋਏ ਹਮ ਪਾਈ। ਪਰ ਮਨ ਹੀ ਮਨ ਚਾਹੁੰਦੇ ਹਨ ਕਿ ਜਿਹੜੀ ਗੁਰਤਾ ਗੱਦੀ ਹੈ ਸਾਡੇ ਤਾਈਂ ਪ੍ਰਾਪਤ ਹੋ ਜਾਣਾ ਕਰੇ
ਅਸੀਂ ਗੁਰੂ ਬਣ ਜਾਣਾ ਕਰੀਏ। ਇਹੋ ਸੇਵਕ ਕੀ ਵਸਤੂ ਆਹੇ। ਅੱਛਾ ਜੀ ਕਹਿੰਦੇ ਹਨ ਕਿ ਜਿਹੜੀ ਗੁਰਤਾ ਗੱਦੀ ਹੈ ਇਹ ਤਾਂ ਸੇਵਕ ਦੀ ਵਸਤੂ ਹੈ। ਰਾਏ ਅਨੁਸਾਰ ਸੇਵ ਕਰ ਲਹੇ। ਅਤੇ ਜਿਹੜਾ ਵੀ ਸਿੱਖ ਗੁਰੂ ਦੀ ਆਗਿਆ ਵਿੱਚ ਰਹਿੰਦਾ ਹੈ, ਗੁਰੂ ਦੀ ਆਗਿਆ ਵਿੱਚ ਰਹਿ ਕਰਕੇ ਸੇਵਾ ਕਰਦਾ ਹੈ, ਉਹ ਇਸ ਪਰਮ ਪਦਵੀ ਨੂੰ ਪਾ ਲੈਂਦਾ ਹੈ। ਬਿਨ ਸੇਵਾ ਫਲ ਕਬਹੁ ਨਾ ਪਾਵਸ, ਸਾ ਸੇਵਾ ਕਰਨੀ ਸਾਰੀ। ਸ੍ਰੀ ਅਮਰ ਸੋ ਇਰਖਾ ਠਾਨੀ। ਅਤੇ ਇਹ ਜਿਹੜੇ ਮੇਰੇ ਪੁੱਤਰ ਹਨ ਸ਼੍ਰੀ ਅਮਰਦਾਸ ਜੀ ਦੇ ਨਾਲ ਈਰਖਾ ਕਰਦੇ ਹਨ। ਆਪਣੇ ਮੈਂ ਕਛ ਦੋਸ਼ ਨ ਜਾਣੇ। ਅਤੇ ਆਪਣੇ ਵਿੱਚ ਇਹ ਰੱਤੀ ਮਾਤਰ ਵੀ ਜਿਹੜੇ ਦੋਸ਼ ਹਨ ਨਹੀਂ ਜਾਣਨਾ ਕਰਦੇ। ਗੱਲਾਂ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹਾਂ, ਮਨੋਂ ਕਸੁੱਧਾਂ ਕਾਲੀਆਂ, ਬਾਹਰ ਚਿਟਵੀਆਂ ਹਾਂ, ਰੀਸਾਂ ਕਰੈ ਤਨਾੜੀਆਂ, ਜੋ ਸੇਵੈ ਦਰ ਖੜੀਆਂ। ਤੋ ਸੰਤ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬੜੀ ਸ਼ਰਧਾ ਭਾਵਨਾ ਵਾਲੇ ਸਾਡੇ ਸਿੱਖ ਹਨ ਅਤੇ ਉਹਨਾਂ ਦੇ ਨਾਲ ਇਹ ਸਾਡੇ ਪੁੱਤਰ ਈਰਖਾ ਕਰਦੇ ਹਨ। ਅਪਰ ਸਿੱਖ ਪੀ ਚਾਹਤ ਕੇ। ਅਤੇ ਹੋਰ ਵੀ ਜਿਹੜੇ ਸਾਡੇ ਸਿੱਖ ਹਨ ਜਿਹੜੇ ਇਹਨਾਂ ਦਾ ਪੱਖ ਪੂਰਨ ਵਾਲੇ ਹਨ, ਉਹ ਵੀ ਇਹੋ ਚਾਹੁੰਦੇ ਹਨ ਕਿ ਜਿਹੜੇ ਗੁਰੂ ਹਨ ਸਾਡੇ ਪੁੱਤਰ ਹੋਣਾ ਕਰਨ। ਦਾਸੂ ਕੇ ਪੱਖੀ ਹੈ ਜੀ। ਜਿਤਨੇ ਵੀ ਦਾਸੂ ਅਤੇ ਦਾਤੂ ਦੇ ਪੱਖੀ ਹਨ, ਯਹਾਂ ਤੇ ਅਬ ਸਭ ਹਿਨ ਕੇ ਮਾਈ। ਇਸ ਵਾਸਤੇ ਪਾਤਸ਼ਾਹ ਜੀ ਵਿਚਾਰ ਕਰਦੇ ਹਨ ਕਿ ਹੁਣ ਸਾਰੀ ਸੰਗਤ ਦੇ ਵਿੱਚ ਫਰਕ ਦਿਖਾਵੇ ਉਚਿਤ ਸੁਨਾਈ। ਇਹਨਾਂ ਦੀ ਦਾਸੂ ਅਤੇ ਦਾਸੂ ਦੀ ਜਿਹੜੀ ਪਰਖ ਹੈ, ਪਰਖ ਕਰਨੀ ਬਣਦੀ ਹੈ ਅਤੇ ਸਾਰੀ ਸੰਗਤ ਦੇ ਤਾਏ ਦੱਸਣਾ ਵੀ ਜ਼ਰੂਰੀ ਬਣਦਾ ਹੈ ਕਿ ਇਹ ਗੁਰਤਾ ਗੱਦੀ ਜੋ ਪਰਮ ਪਦਵੀ ਹੈ, ਇਸ ਦੇ ਇਹ ਲੋਕ ਉਚਿਤ ਨਹੀਂ ਹਨ, ਯੋਗ ਨਹੀਂ ਹਨ। ਇਮ ਵਿਚਾਰ ਸ਼੍ਰੀ ਅੰਗਦ ਠਾਨਾ। ਇਸ ਪ੍ਰਕਾਰ ਦੇ ਵਿਚਾਰ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਹਿਰਦੇ ਵਿੱਚ ਕਰਨਾ ਕਰਦੇ ਹਨ। ਵੱਡੇ ਪੁੱਤਰ ਸੋ ਬਾਕ ਬਖਾਨਾ। ਸਭ ਤੋਂ ਪਹਿਲਾਂ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਦਾਸੂ ਜੀ ਦੇ ਤਾਈਂ ਬਚਨ ਕਰਦੇ ਹਨ। ਦਾਸੂ ਇਸ ਕੇ ਸੰਗ ਸੁਝਾਵੋ। ਪਾਤਸ਼ਾਹ ਜੀ ਬਚਨ ਕਰਦੇ ਹਨ, ਪੁੱਤਰ ਦਾਸੂ ਜੀ ਇਹਨਾਂ ਗੋਂਦੇ ਖੱਤਰੀ ਜੀ ਦੇ ਨਾਲ ਤੁਸੀਂ ਜਾਣਾ ਕਰੋ। ਪ੍ਰੇਤ ਬਿਡਾਰ ਸੋ ਗ੍ਰਾਮ ਬਸਾਵੋ। ਇਹਨਾਂ ਦੇ ਨਗਰ ਵਿੱਚੋਂ ਭੂਤਾਂ ਪ੍ਰੇਤਾਂ ਨੂੰ ਭਜਾ ਕਰਕੇ ਨਗਰ ਨੂੰ ਵਸਾਵੋ। ਸੁਨ ਕੇ ਕਹਿਤ ਭਇਓ ਨੇ ਜਾਓ। ਉਸ ਸਮੇਂ ਬਾਬਾ ਦਾਸੂ ਜੀ ਪਾਤਸ਼ਾਹ ਜੀ ਦੀ ਐਸੀ ਆਗਿਆ ਸੁਣ ਕਰਕੇ ਕਹਿੰਦੇ ਹਨ ਕਿ ਪਿਤਾ ਜੀ ਮੈਂ ਨਹੀਂ ਜਾਣਾ, ਮੈਨੂੰ ਕੀ ਲੋੜ ਪਈ ਹੈ ਇਹਨਾਂ ਦੇ ਨਾਲ ਜਾਣ ਦੀ। ਭੂਤ ਪ੍ਰੇਤ ਮੈਂ ਕੂਤੋ ਬਸਾਓ। ਅਤੇ ਭੂਤਾਂ ਪ੍ਰੇਤਾਂ ਦੇ ਤਾਈਂ ਮੈਂ ਕਿਵੇਂ ਭਜਾ ਸਕਦਾ ਹਾਂ, ਭੂਤਾਂ ਪ੍ਰੇਤਾਂ ਵਾਲੀ ਥਾਂ ਤੇ ਮੈਂ ਕਿਵੇਂ ਲੋਕਾਂ ਦਾ ਵਾਸਾ ਕਰਵਾ ਸਕਦਾ ਹਾਂ। ਅਮਰੋ ਗ੍ਰਾਮ ਖਡੂਰ ਰਹਿਨ ਕੋ। ਅਤੇ ਸਾਡੇ ਰਹਿਣ ਵਾਸਤੇ ਸ਼੍ਰੀ ਖਡੂਰ ਸਾਹਿਬ ਨਗਰ ਹੈ। ਇਸ ਕੋ ਤਿਆਗਤ ਜਾਉ ਤਹਿ ਨਾ ਕੋ। ਅਤੇ ਇਸ ਪਵਿੱਤਰ ਸਥਾਨ ਨੂੰ ਛੱਡ ਕਰਕੇ ਮੈਂ ਹੁਣ ਦੂਸਰੀ ਥਾਂ ਤੇ ਨਹੀਂ ਜਾਣਾ ਹੈ। ਐਸੇ ਥਾਨ ਪਠਾਵਨ ਲਾਗੇ। ਤੁਸੀਂ ਆਪ ਵੀ ਇਸ ਚੰਗੀ ਥਾਂ ਨੂੰ ਛੱਡ ਕਰਕੇ ਮੈਨੂੰ ਭੈੜੀ ਜਗ੍ਹਾ ਤੇ ਭੇਜ ਰਹੇ ਹੋ। ਜੈ ਕੋ ਬਸੇ ਨਾ ਸਭ ਹੋ ਤਿਆਗੇ। ਜਿਸ ਸਥਾਨ ਤੇ ਕੋਈ ਵੀ ਜਾਣਾ ਨਹੀਂ ਚਾਹੁੰਦਾ, ਜਿੱਥੇ ਕੋਈ ਵਸਣਾ ਨਹੀਂ ਚਾਹੁੰਦਾ, ਜਿੱਥੋਂ ਸਾਰੇ ਡਰ ਕਰਕੇ ਭੱਜ ਆਉਂਦੇ ਹਨ, ਤੁਸੀਂ ਮੈਨੂੰ ਹੁਣ ਪਿਤਾ ਹੋ ਕੇ ਐਸੀ ਸਥਾਨ ਤੇ ਭੇਜਣਾ ਚਾਹੁੰਦੇ ਹੋ, ਵਸਾਉਣਾ ਚਾਹੁੰਦੇ ਹੋ। ਹੋਤੇ ਤਹਾਂ ਨ ਜਾਇਓ ਜਾਏ। ਅੱਛਾ ਜੀ ਮੇਰੇ ਪਾਸੋਂ ਤਾਂ ਨਹੀਂ ਐਸੀ ਭੈੜੀ ਥਾਂ ਤੇ ਜਾਇਆ ਜਾਂਦਾ। ਥਾਨ ਸਖਤ ਸੋ ਬਸੇ ਨ ਕਾਏ। ਪਾਤਸ਼ਾਹ ਜੀ ਇਹ ਜਿਹੜਾ ਥਾਂ ਹੈ ਬੜਾ ਕਰੜਾ ਜਾਪਦਾ ਹੈ ਅਤੇ ਕੋਈ ਵੀ ਜਿਹੜਾ ਮਨੁੱਖ ਹੈ ਉੱਥੇ ਵਸ ਨਹੀਂ ਸਕਦਾ। ਮਹਾਬਲੀ ਤੇ ਦੇਵ ਸੁਨੇ ਹੈ। ਲੋਕਾਂ ਪਾਸੋਂ ਸੁਣਿਆ ਹੈ ਜਿਵੇਂ ਗੋਂਦੇ ਖੱਤਰੀ ਨੇ ਆਖਿਆ ਕਿ ਉੱਥੇ ਬਲਵਾਨ ਜਿਹੜੇ ਭੂਤ ਦੈਤ ਵਸਣਾ ਕਰਦੇ ਹਨ। ਇਤੋਂ ਪਾਸ ਨ ਜਾਏ ਗਿਨੇ ਹੈ। ਅਤੇ ਕਿਸੇ ਦੇ ਪਾਸੋਂ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਭੂਤਾਂ ਪ੍ਰੇਤਾਂ ਦੀ ਜਿਹੜੀ ਗਿਣਤੀ ਹੈ ਨਹੀਂ ਕੀਤੀ ਜਾ ਸਕਦੀ। ਘਰ ਕੀ ਕੰਧ ਉਸਾਰਤ ਜੌਨ।
ਅਤੇ ਜਿਹੜਾ ਵੀ ਮਨੁੱਖ ਉੱਥੇ ਵਸਣ ਵਾਸਤੇ ਦਿਨ ਦੇ ਸਮੇਂ ਕੰਧਾਂ ਕੱਢਦਾ ਹੈ, ਨਵੇਂ ਮਕਾਨ ਬਣਾਉਂਦਾ ਹੈ, ਭਈ ਰਹਿਨ ਢਾਤ ਹੈ ਤੌਣ। ਇਹ ਜਿਹੜੇ ਮਾੜੇ ਭੂਤ ਹਨ ਇਹ ਰਾਤ ਦੇ ਸਮੇਂ ਮਕਾਨਾਂ ਨੂੰ ਢਾਹ ਦਿੰਦੇ ਹਨ। ਕਰੇ ਬਾਦ ਨੇ ਬਸਨੇ ਦੇਤ। ਅਤੇ ਬਹੁਤ ਵੱਡਾ ਉਪੱਦਰ ਕਰਦੇ ਹਨ, ਝਗੜਾ ਕਰਦੇ ਹਨ, ਕਿਸੇ ਨੂੰ ਵਸਣ ਨਹੀਂ ਦਿੰਦੇ। ਕੈਸੇ ਹੋਵੇ ਕਰੇ ਨਿਕੇਤ। ਪਾਤਸ਼ਾਹ ਜੀ ਐਸੀ ਕਰੜੀ ਥਾਂ ਦੇ ਉੱਪਰ ਬੰਦਾ ਕਿਵੇਂ ਵਸ ਸਕਦਾ ਹੈ? ਤੈਂ ਬਸ ਕੇ ਹਮ ਲੈਨੋ ਕਿਆ ਹੈ। ਅਤੇ ਐਸੀ ਕਰੜੀ ਥਾਂ ਤੇ ਭੂਤਾਂ ਪ੍ਰੇਤਾਂ ਵਾਲੀ ਥਾਂ ਤੇ ਵਸ ਕਰਕੇ ਅਸੀਂ ਲੈਣਾ ਹੀ ਕੀ ਹੈ? ਸਕਲ ਪਦਾਰਥ ਦੀਏ ਇਆ ਅਤੇ ਹੈ। ਸਾਰੇ ਜਿਹੜੇ ਭੋਗ ਪਦਾਰਥ ਹਨ ਸਾਰੇ ਸਾਨੂੰ ਸ਼੍ਰੀ ਖਡੂਰ ਸਾਹਿਬ ਹੀ ਪ੍ਰਾਪਤ ਹੋ ਰਹੇ ਹਨ। ਲਘੂ ਸੁਤ ਦਾਤੂ ਕੀ ਦਿਸ਼ ਹੇਰ। ਉਸ ਸਮੇਂ ਜਦੋਂ ਬਾਬਾ ਦਾਤੂ ਜੀ ਜਵਾਬ ਦਿੰਦੇ ਹਨ, ਅੱਗੋਂ ਸਵਾਲ ਜਵਾਬ ਕਰਦੇ, ਉਸ ਸਮੇਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਛੋਟੇ ਸੁਪੁੱਤਰ ਬਾਬਾ ਦਾਸੂ ਜੀ ਦੇ ਵੱਲ ਦੇਖਣਾ ਕਰਦੇ ਹਨ। ਫੇਰੂ ਆਨ ਫਰਮਾਇਓ ਫੇਰ। ਉਸ ਸਮੇਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਵੱਡੋ ਪ੍ਰਾਤ ਨੇ ਜਾਏ ਤਿਹਾਰੋ। ਤੁਹਾਡੇ ਵੱਡੇ ਭਰਾਤਾ ਜੀ ਹਨ ਉਹ ਤਾਂ ਨਹੀਂ ਜਾ ਰਹੇ, ਹੁਣ ਤੁਸੀਂ ਜਾਣਾ ਕਰੋ। ਮਾਨ ਬਾਕ ਅਬ ਤੁਹੀ ਪਧਾਰੋ। ਹੁਣ ਤੁਸੀਂ ਸਾਡੇ ਬਚਨਾਂ ਨੂੰ ਮੰਨ ਲੈਣਾ ਕਰੋ ਅਤੇ ਗਾਉਂਦੇ ਖੱਤਰੀ ਦੇ ਨਾਲ ਜਾਣਾ ਕਰੋ। ਖੱਤਰੀ ਬਿਨਤੀ ਕਰਤੇ ਉਚਾਰੀ। ਅਤੇ ਜਿਹੜਾ ਖੱਤਰੀ ਹੈ ਸਾਡੀ ਸ਼ਰਨ ਵਿੱਚ ਆਇਆ ਹੋਇਆ ਅਤੇ ਸ਼ਰਨ ਵਿੱਚ ਆ ਕਰਕੇ ਬੇਨਤੀ ਕਰ ਰਿਹਾ ਹੈ, ਇਸ ਵਾਸਤੇ ਜਾਣਾ ਵੀ ਬੜਾ ਜ਼ਰੂਰੀ ਹੈ। ਉੱਠ ਅਬ ਜਾਓ ਬਨੋ ਉਪਕਾਰੀ। ਹੁਣ ਉੱਠ ਕਰਕੇ ਜਾਣਾ ਕਰੋ ਅਤੇ ਉਪਕਾਰੀ ਬੰਨਾ ਕਰੋ। ਸਭ ਭੂਤਨ ਕੋ ਤਰਾਸ ਦਿਖਾਏ। ਸਾਰੇ ਭੂਤਾਂ ਪ੍ਰੇਤਾਂ ਦੇ ਤਾਈਂ ਡਰ ਵਿਖਾ ਕਰਕੇ ਨਿਰਉਪਾਦ ਕਰ ਗ੍ਰਾਮ ਬਸਾਏ। ਭੂਤਾਂ ਨੂੰ ਡਰ ਵਿਖਾ ਕਰਕੇ ਭੂਤਾਂ ਦੇ ਅਸਥਾਨ ਤੇ ਜਾ ਕਰਕੇ ਭੂਤਾਂ ਨੂੰ ਉੱਥੋਂ ਭਜਾ ਦੇਣਾ ਕਰੋ ਅਤੇ ਉਸ ਸਥਾਨ ਨੂੰ ਭੂਤਾਂ ਤੋਂ ਰਹਿਤ ਕਰ ਦੇਣਾ ਕਰੋ। ਸੁਨੋ ਪਿਤਾ ਜੀ ਬਸੈ ਖਡੂਰ। ਉਸ ਸਮੇਂ ਬਾਬਾ ਦਾਤੂ ਜੀ ਵੀ ਆਪਣੇ ਵੱਡੇ ਭਰਾਤਾ ਦੇ ਵਾਂਗ ਬਚਨ ਕਰਦੇ ਹਨ, ਪਿਤਾ ਜੀ ਅਸੀਂ ਤਾਂ ਸ਼੍ਰੀ ਖਡੂਰ ਸਾਹਿਬ ਵਿੱਚ ਹੀ ਰਹਿਣਾ ਕਰਦੇ ਹਾਂ। ਕਹਾ ਜਾਨ ਕੀ ਕੌਣ ਜ਼ਰੂਰ। ਅਤੇ ਸਾਨੂੰ ਇਹ ਸਥਾਨ ਛੱਡ ਕਰਕੇ ਜੋ ਨਵੇਂ ਸਥਾਨ ਭੂਤਾਂ ਪ੍ਰੇਤਾਂ ਵਾਲੇ ਥਾਂ ਤੇ ਜਾਣ ਦੀ ਕੀ ਲੋੜ ਹੈ? ਐਸੇ ਸਦਨ ਗੋਬਿੰਦ ਗੁਣ ਗਾਵੇ। ਅਤੇ ਇੱਥੇ ਅਸੀਂ ਖਡੂਰ ਸਾਹਿਬ ਵਿਖੇ ਹੀ ਰਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਾਂ। ਨਿਜ ਕਾਰਜ ਇਤ ਬੋ ਚੱਲ ਆਵੇ। ਅਤੇ ਸਾਰੇ ਜਿਹੜੇ ਲੋਕ ਹਨ ਆਪੋ ਆਪਣੇ ਕਾਰਜਾਂ ਨੂੰ ਲੈ ਕਰਕੇ ਸਾਡੇ ਪਾਸ ਆਉਂਦੇ ਰਹਿੰਦੇ ਹਨ। ਕਿਸ ਕਿਸ ਸੰਗ ਆਪ ਚੱਲ ਜਾਵੋ। ਪਾਤਸ਼ਾਹ ਜੀ ਆਪ ਹੀ ਵਿਚਾਰਨਾ ਕਰੋ, ਤੁਸੀਂ ਕਿੰਦੇ ਕਿੰਦੇ ਨਾਲ ਜਾਣਾ ਕਰੋਗੇ? ਕਿਆ ਹਮ ਕੋ ਉਜਰੋ ਕੈ ਬਸਾਵੋ। ਪਾਤਸ਼ਾਹ ਜੀ ਸਾਨੂੰ ਕੀ ਲੱਗੇ, ਚਾਹੇ ਕੋਈ ਵਸੇ ਚਾਹੇ ਕੋਈ ਉਜੜ ਨਾ ਕਰੇ। ਸੁਨ ਸੁਤ ਦੋਇਨ ਤੇ ਇਮ ਬੈਨ। ਆਪਣੇ ਦੋਵਾਂ ਪੁੱਤਰਾਂ ਦੇ ਐਸੇ ਜਿਹੜੇ ਬਚਨ ਸੁਣ ਕਰਕੇ ਆਕਿਆਂ ਨੂੰ ਮੋੜਨ ਵਾਲੇ ਪਾਤਸ਼ਾਹ ਜੀ ਅਮਰਦਾਸ ਕੀ ਦਿਸ਼ ਕਰ ਨੈਣ। ਇਸ ਸਮੇਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੱਲ ਵੇਖਣਾ ਕਰਦੇ ਹਨ। ਕਹਿਓ ਜਾਓ ਪੁਰਖਾ ਤੁਮ ਤਹਾਂ। ਅਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਨ ਕਰਕੇ ਬਚਨ ਕਰਦੇ ਹਨ ਕਿ हे ਪੁਰਖਾ ਹੁਣ ਤੁਸੀਂ ਜਾਣਾ ਕਰੋ। ਵਾਸਾ ਭੂਤ ਪ੍ਰੇਤ ਕੋ ਜਹਾਂ। ਇਸ ਸਥਾਨ ਤੇ ਗਾਉਂਦੇ ਖੱਤਰੀ ਦੇ ਦੱਸਣ ਦੇ ਮੁਤਾਬਕ ਲੱਖਾਂ ਹੀ ਭੂਤਾਂ ਪ੍ਰੇਤਾਂ ਦਾ ਵਾਸਾ ਹੈ, ਡੇਰਾ ਹੈ ਜਿਸ ਥਾਂ ਉੱਪਰ ਕਰੋ ਬਸਾਵਨ ਸੁੰਦਰਪੁਰੀ। ਅਤੇ ਉੱਥੇ ਜਾ ਕਰਕੇ ਜਿਹੜੀ ਸੁੰਦਰਪੁਰੀ ਹੈ, ਸੁੰਦਰ ਨਗਰ ਹੈ, ਵਸਾਉਣਾ ਕਰੋ। ਜਨ ਗੁਰ ਕੀਰਤ ਕੀ ਹੋਏ ਪੁਰੀ। ਅਤੇ ਜਿਹੜੀ ਨਗਰੀ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਦੀ ਕੀਰਤੀ ਦਾ ਧਾਮ ਬਣ ਸਕੇ, ਆਉਣ ਵਾਲੇ ਸਮੇਂ ਵਿੱਚ ਮੁਖ
ਮੁਖ ਤੇ ਅੱਖਰ ਨਿਕਸੇ ਆਦੇ। ਪਾਤਸ਼ਾਹ ਜੀ ਨੇ ਮਖਾਰ ਬਿੰਦ ਤੋਂ ਹਜੇ ਅੱਧੇ ਹੀ ਬਚਨ ਹੋਣਾ ਕੀਤੇ ਸਨ। ਸੁਨ ਤਿਆਰ ਹੋਇਓ ਕਟ ਬਾਂਦੇ। ਉਸ ਸਮੇਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਮਰ ਕੱਸਾ ਕਰ ਲੈਂਦੇ ਹਨ ਤੇ ਤਿਆਰ ਬਰ ਤਿਆਰ ਹੋ ਜਾਂਦੇ ਹਨ। ਹੱਥ ਜੋੜ ਬੂਜੀ ਬਿਦ ਕੈਸੇ। ਇਹ ਹੱਥ ਜੋੜ ਕਰਕੇ ਬੇਨਤੀ ਕਰਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸਣਾ ਕਰੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਨਵੀਂ ਨਗਰੀ ਹੈ ਵਸਾਉਣੀ ਹੈ। ਜਸ ਆਇਸ ਹੋਏ ਰਚਪੁਰ ਤੈਸੋ। ਪਾਤਸ਼ਾਹ ਜੀ ਜੈਸੀ ਆਪ ਜੀ ਦੀ ਆਗਿਆ ਹੈ ਤੈਸੀ ਆਗਿਆ ਦੇ ਅਨੁਸਾਰ ਹੀ ਜਿਹੜੀ ਨਵੀਂ ਨਗਰੀ ਦੀ ਉਸਾਰੀ ਹੈ ਮੈਂ ਕਰਨੀ ਕਰਾਂਗਾ। ਕਯੋ ਗੁਰੂ ਪੂਰਬ ਦਿਸ਼ ਜੋਈ। ਉਸ ਸਮੇਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਸ ਅਸਥਾਨ ਤੇ ਜਾ ਕਰਕੇ ਜਿਹੜਾ ਪੂਰਬ ਵਾਲਾ ਪਾਸਾ ਹੈ ਕਰੋ ਖਨਾਵਨ ਨੀਕੇ ਸੋਈ। ਅਤੇ ਪੂਰਬ ਵਾਲੇ ਪਾਸੇ ਜਾ ਕਰਕੇ ਬਹੁਤ ਸਾਰੀ ਜਿਹੜੀ ਮਿੱਟੀ ਹੈ ਤੁਸੀਂ ਪਟਵਾਉਣੀ ਕਰੋ। ਇਕ ਸਮ ਕਰਕੇ ਥਾਨ ਤਹਾਂ ਸੋ। ਤੇ ਉਸ ਸਥਾਨ ਤੋਂ ਮਿੱਟੀ ਪੁੱਟ ਕਰਕੇ ਸਾਰੀ ਥਾਂ ਚੰਗੀ ਤਰ੍ਹਾਂ ਪੱਧਰ ਕਰਕੇ ਬਸ ਬੇਕਾਰਨ ਰਚੋ ਆਵਾਸ। ਅਤੇ ਥਾਂ ਨੂੰ ਪੱਧਰ ਕਰਕੇ ਵਸਣ ਵਾਸਤੇ ਵਸੋ ਵਾਲੀ ਥਾਂ ਬਣਾਉਣ ਵਾਸਤੇ ਜਿਹੜੇ ਮਕਾਨ ਹੈ ਬਣਾਉਣਾ ਕਰੋ। ਸੁੰਦਰ ਛਰੀ ਸੋ ਚੰਚਲ ਕਰਤੇ। ਉਸ ਸਮੇਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਦੇ ਵਿੱਚ ਜਿਹੜੀ ਸੁੰਦਰ ਛੜੀ ਸੀ, ਸੁੰਦਰ ਸੋਟੀ ਸੀ, ਪਕੜੀ ਹੋਈ ਸੀ, ਉਸ ਨੂੰ ਪਾਤਸ਼ਾਹ ਜੀ ਹਿਲਾਉਂਦੇ ਹਨ। ਅਮਰਦਾਸ ਕੋ ਦੀਨਸ ਕਰਤੇ। ਇਹ ਆਪਣੇ ਕਰ ਕਮਲਾਂ ਤੋਂ ਉਹ ਸੋਟੀ ਪਾਤਸ਼ਾਹ ਜੀ ਹਿਲਾਉਂਦੇ ਹੋਏ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕਰ ਕਮਲਾਂ ਵਿੱਚ ਪਕੜਾਉਣੀ ਕਰਦੇ ਹਨ। ਏਉ ਲੈ ਜਾਓ ਸਮੁਖ ਤਿਨ ਹੋਏ। ਸੋਟੀ ਦੇ ਕਰਕੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਇਹ ਤੁਸੀਂ ਸੋਟੀ ਨਾਲ ਲੈ ਕੇ ਜਾਓ ਅਤੇ ਭੂਤਾਂ ਪ੍ਰੇਤਾਂ ਦੇ ਸਾਹਮਣੇ ਇਹ ਸੋਟੀ ਵਿਖਾਉਣੀ ਕਰੋ। ਕਰੋ ਦਿਖਾਵਨ ਰਹੇ ਨ ਕੋਏ। ਇਹ ਭੂਤਾਂ ਪ੍ਰੇਤਾਂ ਨੂੰ ਜਦੋਂ ਤੁਸੀਂ ਵਿਖਾਵੋਗੇ ਸੋਟੀ ਦਾ ਡਰ ਬਹੁਤ ਜ਼ਿਆਦਾ ਮੰਨਣਾ ਕਰਨਗੇ ਅਤੇ ਸਾਰੇ ਜਿਹੜੇ ਭੂਤ ਫਿਰ ਭੱਜ ਜਾਣਾ ਕਰਨਗੇ, ਕੋਈ ਵੀ ਭੂਤ ਉੱਥੇ ਰਹੇਗਾ ਨਹੀਂ। ਜੈ ਜੈ ਚਰਨ ਤੁਹਾਰੋ ਫਿਰਈ। ਅਤੇ ਜਿੱਥੇ ਜਿੱਥੇ ਜਿਸ ਜਿਸ ਥਾਂ ਤੇ ਤੁਹਾਡੇ ਜਿਹੜੇ ਚਰਨ ਹਨ ਪੈਣਾ ਕਰਨਗੇ। ਹੋਏ ਅਸ਼ੁਭ ਤਿਸ ਕੋ ਸ਼ੁਭ ਕਰਈ। ਜਿਹੜਾ ਵੀ ਸਥਾਨ ਉਹ ਪਵਿੱਤਰ ਹੋਏਗਾ, ਭਾਵ ਆ ਪਵਿੱਤਰ ਹੋਵੇਗਾ, ਉਹ ਫਿਰ ਤੁਹਾਡੇ ਚਰਨ ਪਾਉਣ ਕਰਕੇ ਥਾਂ ਪਵਿੱਤਰ ਪਾਵਨ ਹੋ ਜਾਣਾ ਕਰੇਗਾ। ਨਿਜ ਨਿਵਾਸ ਹਿਤ ਰਚੋ ਆਵਾਸ। ਆਪਣੀ ਨਿੱਜੀ ਰਿਹਾਇਸ਼ ਵਾਸਤੇ ਵੀ ਜਿਹੜੇ ਸੁੰਦਰ ਮਕਾਨ ਹਨ, ਮਹਿਲ ਹਨ, ਤੁਸੀਂ ਆਪਣੇ ਵਾਸਤੇ ਵੀ ਬਣਾਉਣਾ ਕਰਨੇ ਹਨ। ਨਰ ਪਿਕ ਆਵੇਂ ਕਰੇ ਸੁਬਾਸ। ਇਹ ਐਸੀ ਸੁੰਦਰ ਨਗਰੀ ਵਸਾਉਣੀ ਹੈ ਜਿਸ ਸੁੰਦਰ ਨਗਰੀ ਨੂੰ ਵੇਖ ਕਰਕੇ ਜਿਹੜੇ ਹੋਰ ਵੀ ਮਨੁੱਖ ਉੱਥੇ ਰਹਿਣ ਵਾਸਤੇ, ਉੱਥੇ ਮਕਾਨ ਬਣਾਉਣ ਵਾਸਤੇ ਆਉਣਾ ਕਰਨ। ਇਹ ਗੋਂਦਾ ਖੱਤਰੀ ਧਨਵਾਨ। ਪਾਤਸ਼ਾਹ ਜੀ ਗੋਂਦੇ ਖੱਤਰੀ ਨੂੰ ਸੰਬੋਧਨ ਕਰਕੇ ਬਚਨ ਕਰਦੇ ਹਨ ਕਿ ਇਹ ਜਿਹੜਾ ਗੋਂਦਾ ਖੱਤਰੀ ਹੈ ਬਹੁਤ ਵੱਡਾ ਧਨਾੜ ਹੈ, ਸ਼ਾਹੂਕਾਰ ਹੈ। ਕਰੇ ਚਿਨਾਵਨ ਮਹਿਲ ਮਹਾਨ। ਇਹ ਤੁਹਾਡੀ ਆਗਿਆ ਵਿੱਚ ਚੱਲਣਾ ਕਰੇਗਾ, ਤੁਹਾਡੀ ਆਗਿਆ ਵਿੱਚ ਜਿਵੇਂ ਜਿਵੇਂ ਤੁਸੀਂ ਕਹੋਗੇ ਉਸ ਪ੍ਰਕਾਰ ਆਗਿਆ ਨੂੰ ਮੰਨੇਗਾ ਅਤੇ ਵੱਡੇ ਵੱਡੇ ਮਹਿਲ ਬਣਾਵੇਗਾ। ਨਾਮ ਇਸੀ ਕੇ ਪਰਪੁਰ ਨਾਮੋ। ਅਤੇ ਇਸ ਦੇ ਨਾਮ ਤੇ ਹੀ ਜਿਹੜੀ ਨਵੀਂ ਨਗਰੀ ਹੈ ਗੋਂਦੇ ਖੱਤਰੀ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਨਾਂ ਦਾ ਜਿਹੜਾ ਨਗਰ ਹੈ ਵਸਾਉਣਾ ਹੈ। ਰਚੋ ਰੁਚਰ ਬਸਬੇ ਹਿਤ ਤਾਮੋ। ਅਤੇ ਵਸਣ ਦੇ ਵਾਸਤੇ, ਰਿਹਾਇਸ਼ ਦੇ ਵਾਸਤੇ ਜਿਹੜੇ ਸੁੰਦਰ ਸੋਹਣੇ ਮਕਾਨ ਹਨ ਤੁਸੀਂ ਬਣਾਵੋ। ਕਰਤ ਫਰੇਬ ਸੁਦਾਸੂ ਦਾਤੂ। ਅਤੇ ਜਿਹੜਾ ਦਾਤੂ ਹੈ ਅਤੇ ਦਾਸੂ ਜੀ ਹਨ ਇਹ ਬਹੁਤ ਜ਼ਿਆਦਾ ਛਲ ਫਰੇਬ ਕਰਦੇ ਹਨ, ਭਾਵ ਆਗਿਆ ਨੂੰ ਮੋੜਦੇ ਹਨ, ਬੜੇ ਚਲਾਕ ਬਣਦੇ ਹਨ। ਪ੍ਰੀਤਨ ਕੋ ਏ ਡਰ ਪਾਤੂ। ਅੰਦਰੋਂ ਅੰਦਰੀ ਇਹ ਭੂਤਾਂ ਪ੍ਰੇਤਾਂ ਦਾ ਨਾਮ ਸੁਣ ਕਰਕੇ ਡਰ ਗਏ ਹਨ। ਮੈਂ ਨਾ ਜਾਣਤੇ ਗੁਰ ਪ੍ਰਤਾਪੂ। ਇਹ ਜਿਹੜੇ ਸਿੱਖ ਹਨ ਇਹ ਸਾਡੇ ਪੁੱਤਰ ਹੋ ਕਰਕੇ ਵੀ ਗੁਰੂ ਘਰ ਦੀ ਜਿਹੜੀ ਵਡਿਆਈ ਹੈ, ਮਹਿਮਾ ਹੈ, ਜਾਣਦੇ ਨਹੀਂ ਕਿ ਗੁਰ ਸਮਰੱਥ, ਗੁਰ ਨਿਰੰਕਾਰ, ਗੁਰ ਊਚਾ ਅਗਮ ਅਪਾਰ, ਗੁਰ ਕੀ ਮਹਿਮਾ ਕਥ ਹੈ ਕਿਆ ਕਥੇ ਕਥਨ ਹਾਰ।
ਸੋ ਪਾਤਸ਼ਾਹ ਜੀ ਤੇ ਇਹਨਾਂ ਨੂੰ ਪੂਰਨ ਭਰੋਸਾ ਨਹੀਂ ਹੈ। ਕਰਨਹਾਰ ਕੋ ਜਾਣੇ ਆਪੋ, ਅਤੇ ਆਪਣੇ ਆਪ ਨੂੰ ਵੱਡੇ ਕਰਨਹਾਰ ਜਾਣਦੇ ਹਨ ਕਿ ਸਾਰਾ ਕੁਝ ਕਰਨ ਕਰਾਉਣ ਵਾਲੇ ਅਸੀਂ ਹੀ ਹਾਂ। ਜਾਂ ਤੇ ਇਨ ਕੋ ਤਰਾਸ ਮਹਾਨੋ, ਅਤੇ ਇਸ ਵਾਸਤੇ ਅੰਦਰੋਂ ਅੰਦਰੀ ਇਹਨਾਂ ਨੂੰ ਭੂਤਾਂ ਪ੍ਰੇਤਾਂ ਤੋਂ ਬਹੁਤ ਜ਼ਿਆਦਾ ਡਰ ਸਤਾ ਰਿਹਾ ਹੈ। ਕਰਨ ਕਰਾਵਨ ਗੁਰ ਤੁਮ ਜਾਨੋ, ਅਤੇ ਇਹ ਕਰਨ ਕਰਾਉਣ ਵਾਲੇ ਕੇਵਲ ਤੇ ਕੇਵਲ ਤੁਸੀਂ ਜਾਣਦੇ ਹੋ। ਕਰਨੀ ਕਮਾਈ ਵਾਲੇ ਨਾਮ ਬਾਣੀ ਦੇ ਰਸੀਏ ਤਤ ਬੇਤੇ ਬ੍ਰਹਮ ਗਿਆਨੀ ਗੁਰੂ ਘਰ ਦੀ ਵਡਿਆਈ ਜਾਣਦੇ ਹਨ। ਕਰਤਾ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ। ਸੋ ਇਸ ਤਰੀਕੇ ਦੇ ਨਾਲ ਜਿਹੜੇ ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਖ ਹੋਇਆ ਕਰਦੇ ਹਨ, ਗੁਰੂ ਦੀ ਮਹਿਮਾ ਨੂੰ, ਗੁਰੂ ਦੀ ਵਡਿਆਈ ਨੂੰ ਉਹੋ ਹੀ ਜਾਣਦੇ ਹਨ। ਪਾਤਸ਼ਾਹ ਜੀ ਬਚਨ ਕਰਦੇ ਹਨ, ਤੁਸੀਂ ਗੁਰੂ ਘਰ ਦੀ ਮਹਿਮਾ ਨੂੰ, ਗੁਰੂ ਘਰ ਦੀ ਸ਼ਕਤੀ ਨੂੰ ਜਾਣਦੇ ਹੋ। ਇਮ ਸਮਝਾਏ ਸੰਗ ਤਿਸ ਕੀਨੋ, ਅਤੇ ਇਸ ਪ੍ਰਕਾਰ ਦੇ ਨਾਲ ਤੁਸੀਂ ਇਹਨਾਂ ਦੇ ਨਾਲ ਜਾਣਾ ਕਰੋ ਅਤੇ ਇਹਨਾਂ ਦੀ ਉਜੜੀ ਹੋਈ ਨਗਰੀ ਨੂੰ ਵਸਾਉਣਾ ਕਰੋ। ਤਬ ਸ਼੍ਰੀ ਅਮਰ ਚਲੇ ਰਸ ਪੀਨੋ, ਉਸ ਸਮੇਂ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸਭ ਪ੍ਰਕਾਰ ਸਮਝਾਉਣ ਦੇ ਸਦਕਾ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗਾਉਂਦੇ ਖੱਤਰੀ ਦੇ ਨਾਲ ਜਾਣਾ ਕਰਦੇ ਹਨ। ਪ੍ਰੇਮ ਤਰੋਰ ਉਰ ਕੇ ਮਾਈ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਜੋ ਕਿ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਰਸ ਵਿੱਚ ਸਦਾ ਹੀ ਭਿੱਜੇ ਰਹਿੰਦੇ ਹਨ। ਪਾਤਸ਼ਾਹ ਜੀ ਦੇ ਹਿਰਦੇ ਵਿੱਚ ਐਸਾ ਜੋ ਪ੍ਰੇਮ ਰੂਪੀ ਦਰਖਤ ਹੈ। ਸ਼ਰਦਾ ਆਲ ਬਾਲ ਹੈ ਜਾਈ, ਅਤੇ ਜਿਸ ਦਰਖਤ ਦੇ ਆਲੇ ਦੁਆਲੇ ਸ਼ਰਧਾ ਰੂਪੀ ਆਰਬਲ ਹੈ। ਗੁਰ ਆਇਸ ਕੇ ਨਿਤ ਅਨੁਸਾਰੀ, ਅਤੇ ਗੁਰੂ ਦੀ ਸਦਾ ਹੀ ਆਗਿਆ ਵਿੱਚ ਰਹਿਣਾ, ਗੁਰੂ ਦੇ ਭਾਣੇ ਵਿੱਚ ਰਹਿਣਾ। ਯਹੀ ਸੰਚ ਬੇਕੂ ਬਰਬਾਰੀ, ਇਹੋ ਹੀ ਉਸ ਦਰਖਤ ਦੇ ਤਾਈਂ ਸ੍ਰੇਸ਼ਟ ਪਾਣੀ ਪਾਉਣ ਦੇ ਨਿਆਈ ਹੈ। ਇਸ ਦਿਨ ਚਿਤਵਨ ਬਲ ਕਲ ਆਏ, ਦਿਨ ਰਾਤ ਗੁਰੂ ਨੂੰ ਹਮੇਸ਼ਾ ਸਿਮਰਦੇ ਰਹਿਣਾ, ਯਾਦ ਕਰਦੇ ਰਹਿਣਾ, ਇਹੀ ਇਸ ਦਰਖਤ ਦੀ ਛਿੱਲ ਹੈ। ਦ੍ਰਿੜ ਜੜ ਸਦਾ ਭਗਤ ਮੈਂ ਰਹੇ, ਇਹ ਇੱਕ ਦਰਖਤ ਦੀ ਜੜ ਦੇ ਵਾਂਗ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸ਼ਰਧਾ ਹੈ ਭਗਤੀ ਵਿੱਚ ਇਸ ਪ੍ਰਕਾਰ ਦੇ ਨਾਲ ਜਿਹੜੀ ਦ੍ਰਿੜ ਹੈ, ਪਰਪੱਕ ਰਹਿੰਦੀ ਹੈ। ਸਤ ਸੰਤੋਖ ਆਦ ਗੁਣ ਸਾਰੇ, ਸਤ ਸੰਤੋਖ ਦਇਆ ਧਰਮ, ਜਿਹੜੇ ਧਰਮ ਦੇ ਸ਼ੁਭ ਗੁਣ ਹੁੰਦੇ ਹਨ, ਇਹ ਸਾਰੇ ਹੀ ਜਉ ਦਿਸ਼ਨ ਬਿਸਰਤ ਸੋ ਡਾਰੇ, ਦਰਖਤ ਦੀਆਂ ਚਾਰ ਸ਼ਫੇਰੇ ਜਿਹੜੀਆਂ ਟਾਹਣੀਆਂ ਦੀ ਨਿਆਈ ਹਨ। ਆਤਮ ਗਿਆਨ ਮਹਾ ਫਲ ਲਾਗੇ, ਆਤਮਾ ਦੇ ਗਿਆਨ ਦੇ ਸਮਾਨ ਐਸਾ ਇਸ ਦਰਖਤ ਨੂੰ ਸ੍ਰੇਸ਼ਟ ਜਿਹੜਾ ਫਲ ਹੈ ਲੱਗਣਾ ਕਰਦਾ ਹੈ। ਰਸ ਆਨੰਦ ਪ੍ਰਾਪਤ ਵੱਡ ਭਾਗੇ, ਵੱਡਿਆਂ ਭਾਗਾਂ ਵਾਲਿਆਂ ਨੂੰ ਐਸਾ ਜਿਹੜਾ ਰਸ ਹੈ, ਆਨੰਦ ਹੈ, ਪ੍ਰਾਪਤ ਹੁੰਦਾ ਹੈ। ਅਸ ਤਰੁ ਪ੍ਰੇਮ ਬ੍ਰਧਾਉ ਪਾਓ, ਇਸ ਤਰੀਕੇ ਦੇ ਨਾਲ ਐਸਾ ਜਿਹੜਾ ਪ੍ਰੇਮ ਹੈ, ਜਿਸ ਪ੍ਰੇਮ ਦੇ ਕਰਕੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਐਸਾ ਜਿਹੜਾ ਦਰਖਤ ਹੈ, ਭਗਤ ਕਬੀਰ ਜੀ ਦੇ ਬਚਨਾਂ ਦਾਰ ਕਬੀਰ ਐਸਾ ਬੀਜ ਬੋਏ, 12 ਹੈ ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ, ਪੰਖੀ ਕੇਲ ਕਰੰਤ। ਸੋ ਐਸਾ ਜਿਹੜਾ ਦਰਖਤ ਹੈ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਹੈ। ਔਰ ਸ਼੍ਰੀ ਅਮਰ ਅਚਲ ਬਰਥਾਓ, ਐਸਾ ਜਿਹੜਾ ਅਚਲ ਅਡੋਲ ਜਿਹੜਾ ਦਰਖਤ ਹੈ, ਅਡੋਲ ਭਰੋਸਾ ਹੈ ਪਾਤਸ਼ਾਹ ਜੀ ਦੇ ਹਿਰਦੇ ਵਿੱਚ। ਚਲਬੇ ਸਮੇਂ ਨੀਰ ਭਰ ਆਵਾ, ਉਸ ਸਮੇਂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਅਨੁਸਾਰ ਗਾਉਂਦੇ ਖੱਤਰੀ ਦੇ ਨਾਲ ਜਾਣ ਵਾਸਤੇ ਤਿਆਰ ਹੋ ਗਏ। ਅਤੇ ਹੁਣ ਪਾਤਸ਼ਾਹ ਜੀ ਦੇ ਨਾਲ ਵਿਛੜਨ ਦਾ ਜਿਹੜਾ ਸਮਾਂ ਆ ਚੁੱਕਾ ਹੈ, ਕਿਉਂਕਿ 12 ਸਾਲ ਰਹਿ ਕਰਕੇ ਜਿਸ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਰਹਿ ਕਰਕੇ ਤਤਪਰ ਹੋ ਕਰਕੇ ਸੇਵਾ ਕਰਨੀ ਕੀਤੀ, ਸੋ ਪਾਤਸ਼ਾਹ ਜੀ ਦੇ ਨਾਲੋਂ ਹੁਣ ਵਿਛੜਨ ਕਰਕੇ ਵਿਰਾਗ ਦਾ ਜਿਹੜਾ ਜਲ ਹੈ ਆਉਂਦਾ ਹੈ। ਨਮੋ ਕਰਤ ਪਦ ਪਦਮ ਪਿਗਾਵਾ, ਵਿੱਚੋਂ ਵਿਰਾਗ ਦਾ ਜਿਹੜਾ ਜਲ ਹੈ ਵਹਿ ਤੁਰਦਾ ਹੈ। ਅਤੇ ਅੱਖਾਂ ਵਿੱਚ ਜਦੋਂ ਵਿਰਾਗ ਦਾ ਜਲ ਆਉਂਦਾ ਹੈ, ਇਸ ਵਿਰਾਗ ਦੇ ਜਲ ਦੇ ਸਹਿਤ ਜਦੋਂ ਜਾਣ ਲੱਗੇ, ਤੁਰਨ ਲੱਗੇ, ਪਾਤਸ਼ਾਹ ਜੀ ਦੇ ਚਰਨਾਂ ਤੇ ਡੰਡੌਤ ਬੰਦਨਾ ਕਰਦੇ ਹਨ ਅਤੇ ਆਪਣੇ ਇਸ ਜਲ ਦੇ ਨਾਲ
ਸਤਿਗੁਰਾਂ ਜੀ ਦੇ ਕਮਲ ਸਰੀਖੇ ਚਰਨਾਂ ਨੂੰ ਭਿਉਂ ਦਿੰਦੇ ਹਨ। ਮਿਲਿਓ ਰਿਓ ਬੀਤਿਓ ਚਿਰ ਕਾਲ। ਇਹ ਪਾਤਸ਼ਾਹ ਜੀ ਦੀ ਸੇਵਾ ਵਿੱਚ ਕਾਫੀ ਲੰਮਾ ਸਮਾਂ ਰਹੇ ਸਨ। ਐਸੀ ਸੇਵਾ ਸੰਗਤ ਜੀ ਸਾਲ ਬਾਅਦ ਇੱਕ ਹੀ ਸਰੂਪਾ ਮਿਲਦਾ ਅਤੇ ਸ਼ਰਧਾ ਭਾਵਨਾ ਦੇ ਨਾਲ ਉਸ ਸਰੂਪੇ ਦੇ ਤਾਂ ਹੀ ਆਪਣੀ ਸੀਸ ਉੱਪਰ ਸਜਾ ਲੈਂਦੇ ਅਤੇ ਸੀਸ ਦੇ ਉੱਪਰੋਂ ਕਦੀ ਵੀ ਸਰੂਪੇ ਨੂੰ ਲਾਇਆ ਨਹੀਂ। ਸੋ ਐਸੀ ਮਾਨ ਵਡਿਆਈ ਜਿਨ੍ਹਾਂ ਨੇ ਆਪ ਗਵਾਏ ਸੇਵਾ ਕਰੇ ਤਾਕਿਸ਼ ਪਾਏ ਮਾਨ। ਐਸੀ ਸ਼ਰਧਾ ਭਾਵਨਾ ਦੇ ਵਿੱਚ ਭਿੱਜ ਕਰਕੇ ਪਾਤਸ਼ਾਹ ਜੀ ਨੇ ਸੇਵਾ ਕਰਨਾ ਕੀਤੀ, ਕਿਉਂਕਿ ਬਿਨ ਸੇਵਾ ਤ੍ਰਿਗ ਹੱਥ ਪੈਰ। ਸੇਵਾ ਤੋਂ ਬਿਨਾ ਜਿਹੜੇ ਬੰਦੇ ਦੇ ਹੱਥ ਅਤੇ ਪੈਰ ਉਹਨਾਂ ਨੂੰ ਤ੍ਰਿਗਾਕਾਰ। ਜਿਹੜੇ ਹੱਥ ਜਿਹੜੇ ਪੈਰ ਆਪਣੇ ਗੁਰੂ ਦੀ ਸੇਵਾ ਹੀ ਨਾ ਕਰ ਸਕਣ, ਪਾਤਸ਼ਾਹ ਜੀ ਭਾਈ ਗੁਰਦਾਸ ਜੀ ਕਹਿੰਦੇ ਹਨ ਉਹਨਾਂ ਨੂੰ ਤ੍ਰਿਗਾਕਾਰ ਹੈ। ਅਤੇ ਸੇਵਾ ਤੋਂ ਬਿਨ ਸੇਵਾ ਫਲ ਕਬਹੂ ਨਾ ਪਾਵਸ, ਸਾ ਸੇਵਾ ਕਰਨੀ ਸਾਰੀ। ਅਤੇ ਗੁਰੂ ਘਰ ਦੀ ਸੇਵਾ ਕਰਨ ਤੋਂ ਬਿਨਾ ਜਿਹੜਾ ਬੰਦਾ ਹੈ ਕਦੀ ਵੀ ਜਿਹੜੇ ਫਲ ਹੈ ਕਦੀ ਵੀ ਪ੍ਰਾਪਤ ਨਹੀਂ ਕਰ ਸਕਦਾ। ਅਤੇ ਸੇਵਾ ਹੀ ਸਭ ਤੋਂ ਜ਼ਿਆਦਾ ਸ੍ਰੇਸ਼ਟ ਹੈ ਅਤੇ ਸੇਵਾ ਤੋਂ ਹੀ ਪਰਮ ਪਦਵੀ ਦੀ ਪ੍ਰਾਪਤ ਹੋਣਾ ਕਰਦੀ ਹੈ। ਸੋ ਇਸ ਤਰੀਕੇ ਦੇ ਨਾਲ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਨ੍ਹਾਂ ਨੇ ਸੇਵਾ ਵਿੱਚ ਤਤਪਰ ਹੋਣਾ ਕੀਤਾ। ਭਾਵ ਸਤ ਬਚਨੀ ਬਾਬਾ ਦਾਸੂ ਜੀ ਦੇ ਵਾਂਗ, ਬਾਬਾ ਦਾਤੂ ਜੀ ਦੇ ਵਾਂਗ ਕੋਈ ਆਗਿਆ ਕਰਨ ਤੋਂ ਕਿ ਅੱਗੋਂ ਦਲੀਲ ਨਹੀਂ ਸੀ ਦਿੰਦੇ ਕਿ ਸਾਨੂੰ ਕੀ ਲੋੜ ਪਈ ਹੈ। ਪਾਤਸ਼ਾਹ ਜੀ ਨੇ ਜਦੋਂ ਵੀ ਮਖਾਰ ਬਿੰਦ ਤੋਂ ਬਚਨ ਕੀਤੇ ਸਤ ਬਚਨ ਜੀ। ਸੋ ਜਿਨ੍ਹਾਂ ਨੇ ਸਤ ਬਚਨ ਕਹਿਣਾ ਕੀਤੇ ਹਨ ਝੋਲੀਆਂ ਵੀ ਉਹਨਾਂ ਦੀਆਂ ਭਰੀਆਂ। ਸੋ ਇਸ ਤਰੀਕੇ ਦੇ ਨਾਲ ਪਾਤਸ਼ਾਹ ਜੀ ਹੁਣ ਕਾਫੀ ਲੰਮੇ ਸਮੇਂ ਵਿੱਚ ਪਾਤਸ਼ਾਹ ਜੀ ਦੀ ਸੇਵਾ ਵਿੱਚ ਰਹੇ ਅਤੇ ਹਰ ਰੋਜ਼ ਦਰਸ਼ਨ ਦੀਦਾਰ ਕਰਦੇ। ਹੁਣ ਐਸਾ ਜਿਹੜਾ ਸਮਾਂ ਹੈ ਪ੍ਰਾਪਤ ਨਹੀਂ ਹੋਣਾ ਕਰੇਗਾ। ਹੁਣ ਪਾਤਸ਼ਾਹ ਜੀ ਦੀ ਆਗਿਆ ਵੀ ਮੰਨਣੀ ਬੜੀ ਜ਼ਰੂਰੀ ਹੈ ਅਤੇ ਗੋਇੰਦਵਾਲ ਸਾਹਿਬ ਜਾਣਾ ਵੀ ਬੜਾ ਜ਼ਰੂਰੀ ਹੈ। ਅਤੇ ਹੁਣ ਪਾਤਸ਼ਾਹ ਜੀ ਦੇ 24 ਘੰਟੇ ਦਰਸ਼ਨ ਦੀਦਾਰ ਨਹੀਂ ਹੋਣਾ ਕਰਨਗੇ। ਇਸ ਕਰਕੇ ਪਾਤਸ਼ਾਹ ਜੀ ਦਾ ਜਿਹੜਾ ਵਿਰਾਗ ਦੇ ਸਹਿਤ ਹੋਣਾ ਹੁੰਦਾ ਹੈ। ਵਿਚਰਨ ਤੇ ਦੁੱਖ ਲਿਹੋ ਵਿਸਾਲ। ਇਹ ਗੁਰੂ ਸਾਹਿਬ ਜੀ ਦੇ ਨਾਲੋਂ ਵਿਛੜਨ ਦਾ ਬਹੁਤਾ ਜਿਹੜਾ ਦੁੱਖ ਹੈ ਹੋਣਾ ਕੀਤਾ। ਪੁਨ ਧੀਰਜ ਦੇ ਅਧਿਕ ਗੁਸਾਈ। ਉਸ ਸਮੇਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਤਾਂ ਹੀ ਐਸੀ ਹਾਲਤ ਵੇਖ ਕਰਕੇ, ਐਸੀ ਸ਼ਰਧਾ ਭਾਵਨਾ ਦੇਖ ਕਰਕੇ ਬਹੁਤ ਜ਼ਿਆਦਾ ਧੀਰਜ ਦੇਣਾ ਕਰਦੇ ਹਨ। ਕਰਿਓ ਪਠਾਵਨ ਕੋ ਤਿਸ ਥਾਈ। ਅਤੇ ਪਾਤਸ਼ਾਹ ਜੀ ਦੇ ਤਾਈ ਸ੍ਰੀ ਗੋਇੰਦਵਾਲ ਸਾਹਿਬ ਗਾਉਂਦੇ ਖੱਤਰੀ ਦੇ ਨਾਲ ਭੇਜਣਾ ਕੀਤਾ। ਗੁਰ ਸਨ ਮੁਖ ਮੁਖ ਰਾਖ ਪਿਆਨਾ। ਅਤੇ ਪਾਤਸ਼ਾਹ ਜੀ ਦੇ ਸਾਹਮਣੇ ਭਾਵ ਸਤਿਗੁਰਾਂ ਜੀ ਦੇ ਸਾਹਮਣੇ ਆਪਣਾ ਮੁਖ ਕਰ ਕਰਕੇ ਪਾਚਲ ਦਿਸ਼ਾ ਧਰਤ ਪਦ ਜਾਨਾ। ਪਿਛਲੇ ਤਰਫ ਪੈਰਾਂ ਨੂੰ ਭਾਵ ਪਿਛਲੇ ਪੈਰ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਾ ਰਹੇ ਹਨ। ਇਹ ਸੰਗਤ ਜੀ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸਾਉਣ ਵਾਲਾ ਬਚਨ ਵੀ ਹੈ। ਅਸੀਂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਤਿਗੁਰਾਂ ਜੀ ਦੇ ਤਾਂ ਡੰਡੌਤ ਬੰਦਨਾ ਕਰਦੇ ਹਾਂ, ਅਸ਼ਟਾਂਗ ਕਰਦੇ ਹਾਂ, ਪਰ ਵਾਪਸ ਫਿਰ ਪਿੱਠ ਕਰ ਦਿੰਦੇ ਹਾਂ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੇਖੋ ਕੈਸੀ ਸ਼ਰਧਾ ਭਾਵਨਾ, ਕੈਸੇ ਪਾਤਸ਼ਾਹ ਜੀ ਨੇ ਪੂਰਨੇ ਪਾਉਣਾ ਕੀਤੇ ਕਿ ਜਦੋਂ ਵੀ ਪਾਤਸ਼ਾਹ ਜੀ ਨੇ ਆਗਿਆ ਕੀਤੀ ਉਸ ਸਮੇਂ ਪਾਤਸ਼ਾਹ ਜੀ ਨੂੰ ਸਾਹਮਣੇ ਰੱਖ ਕਰਕੇ ਆਪਣੇ ਪੈਰਾਂ ਨੂੰ ਪੁੱਠੇ ਕਰ ਕਰਕੇ ਪਾਤਸ਼ਾਹ ਜੀ ਪਿਛਲੇ ਪਾਸੇ ਵੱਧਦੇ ਹਨ। ਇਸ ਪ੍ਰਕਾਰ ਸੁਤ ਪਰਖਨ ਕਰੇ। ਇਸ ਤਰੀਕੇ ਦੇ ਨਾਲ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਦੇ ਵਿੱਚ ਆਪਣੇ ਪੁੱਤਰਾਂ ਦੀ ਪਰਖ ਕਰਨਾ ਕੀਤੀ। ਪਰਮ ਸਰਬ ਸਿੱਖਨ ਕੇ ਹਰੇ। ਸਾਰੇ ਸਿੱਖਾਂ ਦੇ ਹਿਰਦਿਆਂ ਦੇ ਵਿੱਚੋਂ ਜਿਹੜਾ ਭਰਮ ਸੀ, ਜਿਹੜਾ ਵਹਿਮ ਸੀ ਕਿ ਪਾਤਸ਼ਾਹ ਜੀ ਗੁਰਤਾ ਗੱਦੀ ਆਪਣੇ ਪੁੱਤਰਾਂ ਨੂੰ ਹੀ ਦੇਣਾ ਕਰਨਗੇ, ਸੋ ਜਿਹੜੇ ਦਾਸੂ ਅਤੇ ਦਾਤੂ ਦੇ ਪੱਖੀ ਸਨ ਕਿ ਇਹਨਾਂ ਦੇ ਤਾਈਂ ਗੁਰਤਾ ਗੱਦੀ ਮਿਲਣੀ ਹੈ, ਇਹਨਾਂ ਦੇ ਸਿੱਖ ਹੋ ਜਾਈਏ, ਸੋ ਉਹਨਾਂ ਦੇ ਤਾਈਂ ਵੀ ਇਹ ਪਰਖ ਕਰਕੇ ਦੱਸ ਦੇਣਾ ਕੀਤਾ, ਭਰਮ ਦੂਰ ਕਰ ਦੇਣਾ ਕੀਤੇ। ਜਾਣਤ ਪਏ ਕਰੀ ਬੋ ਸੇਵਾ। ਇਹ ਸਾਰੀ ਸਿੱਖ ਪਾਤਸ਼ਾਹ ਜੀ ਦੀ ਐਸੀ ਪਰਖ ਵੇਖ ਕਰਕੇ ਸਾਰੀ ਸਿੱਖ ਸੰਗਤ ਜਾਣ ਗਈ
ਕਿ ਪਾਤਸ਼ਾਹ ਜੀ ਨੇ ਕਿਸ ਪ੍ਰਕਾਰ ਦੇ ਨਾਲ ਸੇਵਾ ਕਰਨਾ ਕੀਤੀ। ਲਿਏ ਰਜਾਏ ਅਧਿਕ ਗੁਰ ਦੇਵਾ ਇਹ ਗੁਰਦੇਵ ਸ੍ਰੀ ਗੁਰੂ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੇਵਾ ਕਰਕੇ ਅਤਿਅੰਤ ਪ੍ਰਸੰਨ ਕਰ ਦੇਣਾ ਕੀਤਾ ਹੈ। ਗੁਰ ਪਰਮੇਸ਼ਰ ਸੇਵ ਬਸੀ ਹੈ ਅਤੇ ਗੁਰ ਪਰਮੇਸ਼ਰ ਏਕੋ ਜਾਣ ਗੁਰੂ ਨੂੰ ਪਰਮੇਸ਼ਰ ਰੂਪ ਜਾਣ ਕਰਕੇ ਸੇਵਾ ਕਰਨਾ ਕੀਤੀ ਹੈ। ਜਿਨ ਕੀ ਹੰਤਾ ਹਿਰਦੇ ਨਸੀ ਹੈ ਜਿਸ ਕਰਕੇ ਸੇਵਾ ਕਰਕੇ ਜਿਨ੍ਹਾਂ ਦੇ ਹਿਰਦੇ ਵਿੱਚੋਂ ਹੰਗਤਾ ਮਮਤਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਰਾ ਨਾਸ਼ ਹੋ ਚੁੱਕਿਆ ਹੈ। ਕਿਉ ਨਾ ਹੋਏ ਤਿਨ ਕੇ ਅਨਕੂਲੀ ਤੋ ਜਿਨ੍ਹਾਂ ਨੇ ਜਿਹੜੀ ਸੇਵਾ ਬੜੀ ਸ਼ਰਧਾ ਭਾਵਨਾ ਦੇ ਨਾਲ ਤਤਪਰ ਰਹਿ ਕਰਕੇ ਕੀਤੀ ਹੋਵੇ ਤੇ ਪਾਤਸ਼ਾਹ ਜੀ ਫਿਰ ਉਹਨਾਂ ਦੇ ਅਨੁਸਾਰ ਹੀ ਕਿਉਂ ਨਾ ਹੋਣਾ ਕਰਨ। ਸਿਮਰੈ ਜੇ ਉਰ ਸਭ ਕਿਛ ਭੂਲੀ ਅਤੇ ਸਾਰੀ ਸਿੱਖ ਸੰਗਤ ਕਹਿੰਦੀ ਹੈ ਕਿ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਜੀ ਬੜੀ ਸ਼ਰਧਾ ਭਾਵਨਾ ਦੇ ਸਹਿਤ ਹੋ ਕਰਕੇ ਆਪਣਾ ਆਪ ਗਵਾਹ ਕਰਕੇ, ਕਿਉਂਕਿ ਰਿਸ਼ਤੇ ਵਿੱਚ ਕੁੜਮ ਵੀ ਸਨ, ਐਸੀ ਸਮਾਜਿਕ ਜਿਹੜੀ ਭਾਵਨਾ ਨੂੰ ਤਿਆਗ ਕਰਕੇ ਸੇਵਕ ਰੂਪ ਦੇ ਵਿੱਚ ਆਏ, ਕਾਨ ਕਨੌੜ ਦੀ ਮੰਨਣਾ ਕੀਤੀ ਅਤੇ ਸ਼ਰਧਾ ਭਾਵਨਾ ਦੇ ਸਹਿਤ ਸੇਵਾ ਕੀਤੀ। ਸਾਰਾ ਕੁਝ ਭੁੱਲ ਭੁਲਾ ਕਰਕੇ ਸੇਵਾ ਵਿੱਚ ਤਤਪਰ ਰਹਿਣਾ ਕੀਤਾ। ਹਮਰੋ ਪਿਤਾ ਪੁੱਤਰ ਹੰਕਾਰੈ ਅਤੇ ਜਿਹੜੇ ਬਾਬਾ ਦਾਸੂ ਜੀ ਅਤੇ ਦਾਸੂ ਜੀ ਹਨ, ਇਹਨਾਂ ਦੇ ਹਿਰਦੇ ਵਿੱਚ ਹੰਕਾਰ ਹੈ ਕਿ ਅਸੀਂ ਸਾਡੇ ਪਿਤਾ ਜੀ ਜਗਤ ਗੁਰੂ ਹਨ ਅਤੇ ਅਸੀਂ ਉਹਨਾਂ ਦੀ ਸਾਹਿਬਜ਼ਾਦੇ ਹਾਂ ਅਤੇ ਗੁਰਤਾ ਗੱਦੀ ਸਾਡੇ ਘਰ ਵਿੱਚ ਹੈ। ਸਾਡੇ ਘਰ ਵਿੱਚ ਦਸਾਂ ਦਿਸ਼ਾਵਾਂ ਤੋਂ ਸਿੱਖ ਸੰਗਤ ਆਉਂਦੀ ਹੈ, ਸਾਡਾ ਵੀ ਸਤਿਕਾਰ ਕਰਦੀ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਗੁਰੂ ਬਣਾਂਗੇ। ਸੇਵ ਭਾਵ ਕੋ ਹਿਰਦੇ ਨ ਧਾਰੈ ਪਰ ਆਪਣੇ ਪਿਤਾ ਗੁਰਦੇਵ ਜੀ ਦੇ ਵੱਲ ਗੁਰੂਆਂ ਵਾਲੀ ਜਿਹੜੀ ਭਾਵਨਾ ਹੈ, ਸ਼ਰਧਾ ਹੈ, ਲੈ ਕੇ ਨਹੀਂ ਆਉਂਦੇ। ਜਿਮ ਸ਼੍ਰੀ ਨਾਨਕ ਦੀਨਸ ਦਾਸ ਅਤੇ ਸਾਰੀ ਸਿੱਖ ਸੰਗਤ ਜਾਣ ਗਈ ਹੈ ਕਿ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕਰਕੇ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਭਾਈ ਲਹਿਣਾ ਜੀ ਦੇ ਤਾਈ ਜੋ ਸੇਵਾ ਵਿੱਚ ਤਤਪਰ ਰਹਿੰਦੇ ਸਨ ਅਤੇ ਗੁਰੂ ਘਰ ਦੇ ਦਾਸ ਹੋ ਕਰਕੇ ਸੇਵਾ ਕੀਤੀ, ਇਹਨਾਂ ਉੱਪਰ ਰੀਝਣਾ ਕੀਤਾ। ਸ੍ਰੀ ਚੰਦ ਤਜ ਲਖਮੀ ਦਾਸ ਅਤੇ ਸੇਵਕ ਨੂੰ ਪਰਮ ਪਦਵੀ ਦੇ ਦੇਣਾ ਕੀਤੀ। ਪਾਤਸ਼ਾਹ ਜੀ ਦੀ ਬਿੰਦੀ ਔਲਾਦ ਬ੍ਰਹਮ ਗਿਆਨੀ ਬਾਬਾ ਸ਼੍ਰੀ ਚੰਦ ਸਾਹਿਬ ਜੀ, ਬ੍ਰਹਮ ਗਿਆਨੀ ਬਾਬਾ ਲਖਮੀ ਚੰਦ ਜੀ, ਤਿੰਨਾਂ ਨੂੰ ਛੱਡ ਦੇਣਾ ਕੀਤਾ ਅਤੇ ਤਿੰਨਾਂ ਦੇ ਤਾਈਂ ਪਰਮ ਪਦਵੀ ਗੁਰਤਾ ਗੱਦੀ ਨਹੀਂ ਦੇਣਾ ਕੀਤੀ। ਐਸੇ ਇਨੋ ਕੀਨ ਸਭ ਜਾਨੀ ਤੋ ਇਸ ਤਰੀਕੇ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵਾਂਗ ਪਾਤਸ਼ਾਹ ਜੀ ਦੇ ਪੂਰਨਿਆਂ ਦੇ ਉੱਪਰ ਚੱਲਦੇ ਹੋਇਆਂ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਪ੍ਰਕਾਰ ਕਰਨਾ ਕੀਤਾ। ਲਿਓ ਪਰਮ ਪਦ ਸੇਵਾ ਠਾਨੀ ਅਤੇ ਜਿਸ ਪ੍ਰਕਾਰ ਪਰਮ ਪਦਵੀ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ। ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖਯ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਆ ਕਥ ਕਥਾ ਗਿਆਨ। ਸੋ ਇਸ ਤਰੀਕੇ ਦੇ ਨਾਲ ਪਾਤਸ਼ਾਹ ਜੀ ਨੇ ਜਦੋਂ ਸੇਵਾ ਕੀਤੀ ਅਤੇ ਤਤਪਰ ਰਹਿਣਾ ਕੀਤਾ, ਸੇਵਾ ਉੱਪਰ ਖੁਸ਼ ਹੋ ਕਰਕੇ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਤਾਂ ਇੱਕ ਕਸਵਟੀਆਂ ਲਾ ਲਾ ਕੇ ਪਾਤਸ਼ਾਹ ਜੀ ਨੇ ਐਸਾ ਸੋਨਾ ਬਣਾ ਦੇਣਾ ਕੀਤਾ, ਐਸਾ ਪਾਰਸ ਬਣਾ ਦੇਣਾ ਕੀਤਾ, ਗੁਰਤਾ ਗੱਦੀ ਦੀ ਪਰਮ ਪਦਵੀ ਦੇ ਕਰਕੇ ਸੰਸਾਰ ਦੇ ਵਿੱਚ ਪਰਮ ਪੂਜਨਿਕ ਬਣਾ ਦੇਣਾ ਕੀਤਾ। ਇਤਿਆਦਿਕ ਸਿੱਖ ਆਪਸ ਮਾਏ ਤੋ ਇਸ ਤਰੀਕੇ ਦੇ ਨਾਲ ਜਿਹੜੇ ਸਿੱਖ ਹਨ ਆਪਣੇ ਹਿਰਦੇ ਵਿੱਚ ਵਿਚਾਰਨਾ ਕਰਦੇ ਹਨ ਕਿ ਇਸ ਵਜ੍ਹਾ ਦੇ ਨਾਲ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਸ੍ਰੀ ਗੁਰੂ ਅੰਗਦ ਦੇਵ ਜੀ ਕਰਨਾ ਕਰਦੇ ਹਨ। ਸ੍ਰੀ ਗੁਰ ਕਰੇ ਅਨੁਚਿਤੀ ਨਾਏ ਉਹ ਪਾਤਸ਼ਾਹ ਜੀ ਜਿਹੜਾ ਵੀ ਕਾਰਜ ਕਰਦੇ ਹਨ ਉਹ ਅਨੁਚਿਤ ਨਹੀਂ ਹੁੰਦਾ, ਭਾਵ ਜੋਗ ਹੀ ਹੁੰਦਾ ਹੈ। ਦੋਹਰਾ ਪਿਛਲ ਪਾਏ ਸ੍ਰੀ ਅਮਰ ਜੀ ਗਾਉਂਦੇ ਕੇ ਸੰਗ ਜਾਏ। ਅਗਲੇ ਪ੍ਰਸੰਗ ਦੇ ਵਿੱਚ ਕਵੀ ਰਾਜ ਜੀ ਜ਼ਿਕਰ ਕਰਦੇ ਹਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸ੍ਰੀ ਖੰਡੂਰ ਸਾਹਿਬ ਤੋਂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਕਰਕੇ ਪਾਤਸ਼ਾਹ ਜੀ ਨੂੰ ਸਾਹਮਣੇ ਰੱਖ ਕਰਕੇ
ਪਿਛਲੇ ਪਾਸੇ ਜਾ ਕਰਕੇ सने सने मग चलत हैं जप जी पाठ कराए। ਸਹਿਜੇ ਸਹਿਜੇ ਪਾਤਸ਼ਾਹ ਜੀ ਪਿਛਲੇ ਕਦਮ ਵੱਧਦੇ ਜਾ ਰਹੇ ਹਨ ਅਤੇ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਜਾ ਰਹੇ ਹਨ। जो पई वृद्ध शरीर निबल कद छोटा। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਸਰੀਰ ਬਹੁਤ ਜ਼ਿਆਦਾ ਬਿਰਧ ਹੋ ਚੁੱਕਾ ਹੈ, ਸਰੀਰ ਕਮਜ਼ੋਰ ਹੈ ਅਤੇ ਜਿਹੜਾ ਕੱਦ ਹੈ ਛੋਟਾ ਹੈ। परम विशाल सबन के ओटा। ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਰਵ ਸ੍ਰੇਸ਼ਟ ਹਨ ਅਤੇ ਸਾਰਿਆਂ ਦੇ ਆਸਰਾ ਸਰੂਪ ਹਨ। तीन कोस पर जब ही ਇਸ गए ਵਕਤ ਪਾਤਸ਼ਾਹ ਜੀ 3 ਕੋਹ ਦੀ ਦੂਰੀ ਤੇ ਜਾਂਦੇ ਹਨ। हाथ जोड़ ते ठांडे पए। ਹੱਥ ਜੋੜ ਕਰਕੇ ਖਲੋ ਜਾਂਦੇ ਹਨ। जप जी पाठ भोग को पायो। ਜਪਜੀ ਸਾਹਿਬ ਪਵਿੱਤਰ ਬਾਣੀ ਦਾ ਪਾਠ ਦਾ ਭੋਗ ਪਾਉਂਦੇ ਹਨ। और श्री अंगद रूप बसायो। ਹਿਰਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਸਰੂਪ ਵਸਾ ਕਰਕੇ परे करी अष्टांग प्रणाम। ਅਰਦਾਸ ਕਰਕੇ ਮੱਥਾ ਟੇਕਣਾ ਕਰਦੇ ਹਨ। श्री गुरुदेव कृपा गुण धाम। ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਨੂੰ ਕਰਨ ਵਾਲੇ ਹਨ ਅਤੇ ਗੁਣਾਂ ਦਾ ਘਰ ਹਨ। गुण कर मुख दिश गोइंदवाल। ਫਿਰ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਮੁਖ ਹੈ ਗੋਂਦੇ ਦੀ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵੱਲ ਕਰ ਲੈਣਾ ਕੀਤਾ। गमने पंथ निरभै तिस काल। ਪਾਤਸ਼ਾਹ ਜੀ ਉਸ ਸਮੇਂ ਨਿਰਭੈ ਹੋ ਕਰਕੇ ਗੋਂਦੇ ਦੇ ਨਾਲ ਉਸ ਦੀ ਨਗਰੀ ਵਸਾਉਣ ਵਾਸਤੇ ਨਿਰਭੈ ਹੋ ਕਰਕੇ ਤੁਰਨਾ ਕੀਤੇ। ਸ਼ਰੀ ਗੁਰੂ ਕਰ ਕੀ ਕਰ ਧਾਰੀ। ਅਤੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਸੋਟੀ ਨੂੰ ਆਪਣੇ ਕਰ ਕਮਲਾਂ ਵਿੱਚ ਪਕੜਿਆ ਹੋਇਆ ਹੈ ਸਾਦਰ ਉੱਚੇ ਕਰੀ ਉਠਾਰੀ। ਅਤੇ ਬੜੇ ਸਤਿਕਾਰ ਦੇ ਸਹਿਤ ਸੋਟੀ ਨੂੰ ਉੱਚਾ ਚੁੱਕਣਾ ਕੀਤਾ ਹੈ। ਕਰਕੇ ਆਪਣੋ ਹੱਥ ਅਗਾਰੀ। ਆਪਣੇ ਹੱਥ ਨੂੰ ਪਾਤਸ਼ਾਹ ਜੀ ਨੇ ਅੱਗੇ ਵੱਲ ਕੀਤਾ ਹੋਇਆ ਹੈ ਭੂਤ ਪ੍ਰੇਤ ਕੋ ਜਾਏ ਦਿਖਾਰੀ। ਅਤੇ ਜਾ ਕਰਕੇ ਫਿਰ ਗੋਂਦੇ ਦੇ ਸ਼ਹਿਰ ਜਾ ਕਰਕੇ ਸਾਰੇ ਭੂਤਾਂ ਪ੍ਰੇਤਾਂ ਨੂੰ ਇਹ ਜਿਹੜੀ ਸੋਟੀ ਹੈ ਪਾਤਸ਼ਾਹ ਜੀ ਦੀ ਆਗਿਆ ਦੇ ਮੁਤਾਬਕ ਦਿਖਾਉਣਾ ਕੀਤੀ। ਪਰੀ ਤਪਤ ਦੀ ਰਗ ਤਿਨ ਮਾਈ। ਅਤੇ ਉਸ ਸੋਟੀ ਦੇ ਵਿੱਚੋਂ ਐਸਾ ਜਿਹੜਾ ਭਿਆਨਕ ਸੇਕ ਭੂਤਾਂ ਪ੍ਰੇਤਾਂ ਦੇ ਤਾਈਂ ਜਾ ਕਰਕੇ ਲੱਗਣਾ ਕੀਤਾ। ਜਿਨ ਪਰ ਥਿਰਿਓ ਜਾਏ ਤੈ ਨਾਈ। ਜਿਨ੍ਹਾਂ ਦੇ ਪਾਸੋਂ ਛਿਨ ਮਾਤਰ ਵੀ ਉਸ ਸਥਾਨ ਦੇ ਉੱਪਰ ਟਿਕਿਆ ਨਾ ਗਿਆ। ਸੋ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਇੱਥੋਂ ਤੱਕ ਸਤਿਗੁਰਾਂ ਜੀ ਦੇ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਵਿਚਾਰਤਾ ਆਈ ਹੈ। ਜੀਵਨ ਕੌਤਕਾਂ ਦੀ ਕਥਾ ਵਿਚਾਰਤਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਣਹਾਰ ਹਨ। ਆਪ ਗੁਰੂ ਰੂਪ ਸੰਗਤ ਬਖਸ਼ਣਹਾਰ ਹੋ ਬਖਸ਼ ਲੈਣਾ। ਅਗਾਂਹ ਵਾਸਤੇ ਸੁੱਧ ਅਤੇ ਸਪਸ਼ਟ ਕਥਾ ਵਿਚਾਰਤਾ ਕਰਨ ਦੀ ਦਾਤ ਬਖਸ਼ ਕਰਕੇ ਨਿਹਾਲ ਕਰਨਾ। ਸਤਿਗੁਰੂ ਜੀ ਕਿਰਪਾ ਕਰਨ ਪੜ੍ਹੀ ਸੁਣੀ ਕਥਾ ਵਿਚਾਰਤਾ ਦਾ ਫਲ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ ਤੇ ਵਸੇ ਤਾਂ ਜੋ ਲੋਕ ਪਰਲੋਕ ਸੁਹਿਲਾ ਹੋ ਸਕੇ। ਸੋ ਗੁਰੂ ਪਿਆਰੀ ਸੰਗਤ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ 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 ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ। ਅਤੇ ਸਿੰਘ ਸਾਹਿਬ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਜੀ ਖਾਲਸਾ, ਤਿਨਾਂ ਦਾ ਧੰਨਵਾਦ। ਅਤੇ ਸਿੰਘ ਸਾਹਿਬ ਗਿਆਨੀ ਪ੍ਰੀਤਪਾਲ ਸਿੰਘ ਜੀ, ਤਿਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਇੱਕ ਦਿਨ ਵਾਸਤੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪ ਗੁਰੂ ਰੂਪ ਸੰਗਤਾਂ ਦੇ ਚਰਨਾਂ ਵਿੱਚ ਗੁਰ ਇਤਿਹਾਸ ਕਥਾ ਦਾ ਸਮਾਂ ਦੇ ਕਰਕੇ ਨਿਵਾਜਣਾ ਕੀਤਾ। ਸੋ ਇੱਥੇ ਹੀ ਗੁਰੂ ਪਿਆਰੀ ਸੰਗਤ ਜੀ ਸਮਾਪਤੀ ਹੈ। ਹੋਈ ਭੁੱਲ ਚੁੱਕ ਦੀ ਮਾਫੀ ਬਖਸ਼ ਕਰਕੇ ਨਿਹਾਲ ਕਰਨਾ। ਅਗਾਂਹ ਵਾਸਤੇ ਸੁੱਧ ਅਤੇ ਸਪਸ਼ਟ ਕਥਾ ਵਿਚਾਰਤਾ ਕਰਨ ਦੀ ਉੱਚੇ ਸੁੱਚੇ ਜੀਵਨ ਦੀ ਦਾਤ ਬਖਸ਼ ਕਰਕੇ ਨਿਹਾਲ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।